ਗੌੜੀ ਕਬੀਰ ਜੀ। ਹੁਣ ਕਬੀਰ ਜੀ ਸਤਸੰਗ ਵਿੱਚ ਹੀ ਬ੍ਰਾਹਮਣ ਬੈਠੇ ਸਨ। ਉਹਨਾਂ ਕਹੇ, ਕਬੀਰ ਜੁਲਾਹਾ ਜਾਤੀ ਹੋਣ ਕਰਕੇ ਤੂੰ ਬੈਕੁੰਠ ਵਿੱਚ ਨਹੀਂ ਜਾ ਸਕਦਾ। ਬੈਕੁੰਠ ਅਸਾਂ ਬ੍ਰਾਹਮਣਾਂ ਵਾਸਤੇ। ਇਹ ਗੱਲ ਸੁਣ ਕੇ ਕਬੀਰ ਜੀ ਨੇ ਬਚਨ ਕੀਤਾ, ਜੋ ਜਨ ਪਰ ਮਿੱਤ ਪਰ ਮਨ ਜਾਨਾ। ਜਿਸ ਮਨੁੱਖ ਨੇ ਮਰਿਆਦਾ ਤੋਂ ਪਰੇ ਅਤੇ ਮਨ ਆਦਿਕ ਇੰਦਰੀਆਂ ਤੋਂ ਪਰੇ ਜੋ ਪ੍ਰਮਾਤਮਾ ਉਹਨੂੰ ਪਰ ਭਲੀ ਪ੍ਰਕਾਰ ਜਾਣਿਆ ਹੈ, ਬਾਤਨ ਹੀ ਬੈਕੁੰਠ ਸਮਾਨਾ। ਉਹ ਬੈਕੁੰਠ ਵਿੱਚ ਸਮਾਉਣ ਦੀ ਬਾਤ ਇੱਛਾ ਹੀ ਨਹੀਂ ਕਰਦੇ। ਬੈਕੁੰਠ ਛੱਡੋ ਮੁਕਤੀ ਦੀ ਪ੍ਰਵਾਹ ਵੀ ਨਹੀਂ ਕਰਦੇ। ਕਈ ਬੈਕੁੰਠ ਨਹੀਂ ਲਵੈ ਲਾਗੇ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਉਹਨਾਂ ਦੀਆਂ ਗੱਲਾਂ ਜਗਿਆਸੂ ਨੂੰ ਬੈਕੁੰਠ ਹੁੰਦਾ, ਆਕੁੰਠਿਤ ਪਦ ਵਿੱਚ ਸਮਾਉਣ ਵਾਲੀਆਂ ਨਹੀਂ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਿ ਤਹਾਂ ਹੀ ਰਹਾਓ। ਤੁਹਾਡਾ ਕਲਪਿਆ ਹੋਇਆ ਬੈਕੁੰਠ ਅਸੀਂ ਨਹੀਂ ਜਾਣਦੇ ਜੋ ਕਿੱਥੇ ਹੈ। ਤੁਸੀਂ ਸਭ ਲੋਕ ਇੱਥੇ ਬੈਕੁੰਠ ਵਿੱਚ ਜਾਣਾ ਕਹਿੰਦੇ ਹੋ, ਕਦੇ ਦੇਖਿਆ ਵੀ ਇਹ ਬੈਕੁੰਠ ਹੈ ਕਿੱਥੇ? ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਹਿਨ ਕਹਾਵਨ ਨਹਿ ਪਤਿਆਈ ਹੈ। ਆਪ ਕਹਿ ਲਿਆ ਅਸੀਂ ਵੱਡੇ ਮਹਾਤਮਾ, ਦੂਜੇ ਪਾਸੋਂ ਵੀ ਕਹਾ ਲਿਆ ਇਹ ਵੱਡੇ ਮਹਾਤਮਾ ਨੇ। ਸੋ ਇਹਦੇ ਤੇ ਸਾਡਾ ਮਨ ਨਹੀਂ ਮੰਨਦਾ। ਜਿਵੇਂ ਕਿ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਗਰੀਬਾਂ ਨੂੰ ਕੁਝ ਪੈਸੇ ਦੇ ਕੇ ਕਿਹਾ, ਤੁਸੀਂ ਸਭ ਗਲੀਆਂ ਮਹੱਲੇ ਬਾਜ਼ਾਰਾਂ ਵਿੱਚ ਉੱਚੀ ਉੱਚੀ ਆਖੀ ਜਾਓ, ਮਿਹਰਬਾਨ ਸੱਚਾ ਗੁਰੂ ਹੈ, ਮਿਹਰਬਾਨ ਸੱਚਾ ਗੁਰੂ। ਇਸ ਤਰ੍ਹਾਂ ਕਹਾਉਣ ਨਾਲ ਭਲਾ ਸੱਚਾ ਗੁਰੂ ਕਿਵੇਂ ਬਣ ਸਕਦਾ? ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, 34ਵੀਂ ਵਾਰ ਦੇ ਵਿੱਚ 6ਵੀਂ ਪੌੜੀ ਆਉਂਦੀ ਹੈ, ਗਿੱਦੜ ਦਾਖ ਨਾ ਅਪੜੈ ਆਖੈ ਤੂੰ ਕੌੜੀ, ਨੱਚਣ ਨੱਚ ਨਾ ਜਾਣਣੀ ਆਖੈ ਭੋਇ ਸੌੜੀ, ਬੋਲੇ ਅੱਗੇ ਗਾਵੀਐ ਭੈਰੋਂ ਸੋ ਗੌੜੀ, ਹੰਸਾ ਨਾਟ ਟਿਹਰੀ ਕਿਉਂ ਪਹੁੰਚੈ ਦੌੜੀ। ਇਸ ਕਰਕੇ ਸੋ ਕਹਿੰਦੇ ਨੇ, ਤਉ ਮਨ ਮਾਨੈ ਜਾਂ ਤੇ ਹਉਮੈ ਜਈ ਹੈ। ਜਾਂ ਗੁਣਾਂ ਦੇ ਮਨ ਹੁੰਦਾ, ਮੰਤਰ ਨੂੰ ਮੰਨੇ, ਨੰਨੇ ਨੂੰ ਔਂਕੜ ਹੈ, ਮਾਨੋ ਮੰਤਰ ਨੂੰ ਮੰਨੇ ਤਾਂ ਹਉਮੈ ਜਾਂਦੀ ਹੈ। ਜਾਂ ਹਉਮੈ ਗਈ ਤਾਂ ਆਕੁੰਠਿਤ ਪਦ ਵਿੱਚ ਸਮਾਉਂਦਾ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਦੋਂ ਤੱਕ ਮਨ ਵਿੱਚ ਬੈਕੁੰਠ ਜਾਣ ਦੀ ਆਸ ਹੈ, ਤਦ ਤੱਕ ਚਰਨਾਂ ਦਾ ਨਿਵਾਸ ਜਿਹੜਾ ਨਾ, ਸੋ ਚਰਨ ਨਿਵਾਸ ਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ, ਹਿਰਦੇ ਚਰਨ ਵਸਦੇ ਨੇ। ਚਰਨਾਂ ਦਾ ਦੇਵਤਾ ਵਿਸ਼ਨੂੰ ਭਗਵਾਨ ਹੈ, ਇਸ ਕਰਕੇ ਚਰਨ ਨਿਵਾਸ ਪ੍ਰਮਾਤਮਾ ਦਾ ਬੋਧਕ ਹੈ। ਸੋ ਚਰਨ ਵੇਦਾਂ ਕਰਕੇ ਕਥਨ ਕਰਨਯੋਗ ਜੋ ਪ੍ਰਮਾਤਮਾ ਹੈ, ਉਸ ਵਿੱਚ ਨਿਵਾਸ ਹੁੰਦਾ ਹੈ। ਆਪ ਜੀ ਦੇ ਮਤ ਵਿੱਚ ਬੈਕੁੰਠ ਕੋਈ ਨਹੀਂ। ਉੱਤਰ ਦਿੰਦਿਆਂ ਭਗਤ ਜੀ ਫਰਮਾਉਂਦੇ ਨੇ, ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਕਬੀਰ ਜੀ ਕਹਿੰਦੇ ਇਹ ਗੱਲ ਵੀ ਕੀ ਆਖਣੀ ਕਿ ਬੈਕੁੰਠ ਕੋਈ ਨਹੀਂ। ਸਾਡੇ ਮਤ ਵਿੱਚ ਸਾਧ ਸੰਗਤੀ ਬੈਕੁੰਠ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ। ਸੋ ਦੂਸਰਾ ਭਾਵ ਅਰਥ ਕਹਿਣ ਤੋਂ ਇਹ ਹੈ, ਜੋ ਜਨ ਪਰ ਮਿੱਤ ਪਰ ਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ। ਜਿਸ ਪੁਰਸ਼ ਨੇ ਮਰਿਆਦਾ ਤੋਂ ਪਰੇ ਪਰਮ ਉਤਕ੍ਰਿਸ਼ਟ ਪਰਮਾਤਮਾ ਨੂੰ ਜਾਣਿਆ ਨਹੀਂ, ਉਹ ਤੁਹਾਡੇ ਵਾਂਗੂ ਗੱਲਾਂ ਕਰਕੇ ਬੈਕੁੰਠ ਵਿੱਚ ਸਮਾਉਣਾ ਚਾਹੁੰਦੇ ਨੇ, ਪਰ ਉਹ ਬੈਕੁੰਠ ਵਿੱਚ ਸਮਾ ਨਹੀਂ ਸਕਦੇ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਿ ਤਹਾਂ ਹੀ ਰਹਾਓ। ਇਹ ਗੱਲ ਤੁਸੀਂ ਜਾਣਦੇ ਹੀ ਨਹੀਂ ਕਿ ਬੈਕੁੰਠ ਕਿੱਥੇ ਹੈ। ਐਵੇਂ ਜਵਾਨੀ ਤੁਸੀਂ ਸਾਰੇ ਉੱਥੇ ਬੈਕੁੰਠ ਵਿੱਚ ਜਾਣਾ ਜਾਣਾ ਕਹੀ ਜਾਂਦੇ ਹੋ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਕਹਿਨ ਕਹਾਵਨ ਨਹਿ ਪਤਿਆਈ ਹੈ, ਤਉ ਮਨ ਮਾਨੈ ਜਾਤੇ ਹਉਮੈ ਜਈ ਹੈ। ਆਪ ਕਹਿੰਦੇ ਰਹੇ ਅਸੀਂ ਬੈਕੁੰਠ ਜਾਣਾ ਹੈ, ਹੋਰ ਨਾ ਪਾਸੋਂ ਵੀ ਕਹਾਉਂਦੇ ਰਹੇ ਇਸ ਨੇ ਜ਼ਰੂਰ ਬੈਕੁੰਠ ਵਿੱਚ ਜਾਣਾ ਹੈ। ਇਸ ਤਰ੍ਹਾਂ ਸਾਡਾ ਮਨ ਨਹੀਂ ਪਤੀਜਦਾ। ਫਿਰ ਕਹਿਣ ਲੱਗੇ ਬੈਕੁੰਠ ਵਿੱਚ ਫਿਰ ਕਿਵੇਂ ਜਾਈਦਾ? ਕਬੀਰ ਜੀ ਕਹਿਣ ਲੱਗੇ, ਜਾਂ ਪ੍ਰਮਾਤਮਾ ਦੀ ਭਗਤੀ ਉੱਤੇ ਮਨ ਮੰਨ ਜਾਏ ਨਾ ਤਾਂ ਹਉਮੈ ਜਾਂਦੀ, ਜਾਂ ਹਉਮੈ ਜਾਵੇ ਤਾਂ ਬੈਕੁੰਠ ਵਿੱਚ ਜਾਂਦਾ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਬ ਲਗ ਹੋਏ ਨਹੀਂ ਚਰਨ ਨਿਵਾਸ, ਤਬ ਲਗ ਮਨ ਬੈਕੁੰਠ ਕੀ ਆਸ। ਅਨਵੈ ਕਰਕੇ ਅਰਥ ਕਰਨਾ, ਜਦ ਤੱਕ ਸਤਿਗੁਰ ਦੀਆਂ ਚਰਨਾਂ ਵਿੱਚ ਨਿਵਾਸ ਨਹੀਂ ਹੁੰਦਾ, ਤਦੋਂ ਤੱਕ ਕਹਿੰਦੇ ਜੀਵ ਦੇ ਮਨ ਵਿੱਚ ਬੈਕੁੰਠ ਦੀ ਕੋਈ ਆਸਾ ਨਹੀਂ ਰਹਿੰਦੀ। ਸੋ ਕਹਿਣ ਲੱਗੇ ਜੀ ਤੁਹਾਡੇ ਮਤ ਵਿੱਚ ਬੈਕੁੰਠ ਪ੍ਰਾਪਤੀ ਦਾ ਕੋਈ ਸਾਧਨ ਨਹੀਂ। ਕਬੀਰ ਜੀ ਉੱਤਰ ਦਿੰਦਿਆਂ ਕਹਿੰਦੇ ਨੇ, ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਏ। ਹੁਣ ਕਬੀਰ ਜੀ ਕਹਿਣ ਲੱਗੇ ਇਹ ਗੱਲ ਭਲਾ ਕੀ ਕਹਿਣੀ ਹੈ ਕਿ ਬੈਕੁੰਠ ਪ੍ਰਾਪਤੀ ਦਾ ਕੋਈ ਸਾਧਨ ਹੀ ਨਹੀਂ। ਅਸੀਂ ਪਿੱਛੇ ਕਹਿ ਆਏ ਕਿ ਈਸ਼ਵਰ ਦੀ ਭਗਤੀ ਕਰਕੇ ਹੰਗਤਾ ਨੂੰ ਦੂਰ ਕਰੇ ਤਾਂ ਬੈਕੁੰਠ ਵਿੱਚ ਵਾਸਾ ਹੋ ਜਾਂਦਾ ਹੈ।
ਸਾਧ ਸੰਗਤ ਦੀ ਜਿਹੜੀ ਸੇਵਾ ਕਰਨੀ ਹੈ ਇਹੀ ਬੈਕੁੰਠ ਪ੍ਰਾਪਤੀ ਦਾ ਮੁੱਖ ਸਾਧਨ ਹੈ। ਗੌੜੀ ਕਬੀਰ ਜੀ। ਹੁਣ ਦੋ ਭਰਾ ਕਬੀਰ ਦੇ ਸਤਸੰਗੀ ਸਨ। ਉਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ। ਮਕਾਨ ਦੀ ਵੰਡ ਕਰਨ ਸਮੇਂ ਝਗੜਦੇ ਲੜ ਪਏ। ਲੋਕਾਂ ਨੇ ਉਹਨਾਂ ਨੂੰ ਕਬੀਰ ਜੀ ਕੋਲ ਲਿਆ ਕੇ ਸਾਰੀ ਗੱਲ ਦੱਸੀ ਤਾਂ ਕਬੀਰ ਜੀ ਉਹਨਾਂ ਨੂੰ ਉਪਦੇਸ਼ ਕਰਦੇ ਨੇ। ਕਹਿਣ ਲੱਗੇ, ਰਹਾਉ ਦੀਆਂ ਪੰਕਤੀਆਂ ਨੇ, ਲਾਜ ਨਾ ਮਰਹੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ। ਸ਼ਰਮ ਨਹੀਂ ਆਉਂਦੀ, ਉਹ ਇਸ ਕਰਕੇ ਸ਼ਰਮ ਨਾਲ ਨਹੀਂ ਮਰਦੇ ਜੋ ਕਹਿੰਦੇ ਮੇਰਾ ਘਰ ਹੈ ਮੇਰਾ ਘਰ। ਅੰਤ ਵੇਲੇ ਤੁਹਾਡਾ ਦੋਹਾਂ ਦਾ ਕੁਝ ਨਹੀਂ ਹੈ। ਸੋ ਪ੍ਰਾਰੰਭ ਕਰਦੇ ਸ਼ਬਦ, ਉਪਜੈ ਨਿਪਜ ਸਮਾਈ, ਨਹਿ ਦੇਖਤੇ ਹੋ ਜਗ ਜਾਈ। ਇਹ ਜਗਤ ਭੂਤਕਾਲ ਵਿੱਚ ਉਤਪੰਨ ਹੋ ਕੇ ਸਮਾ ਗਿਆ, ਪਿੱਛੇ ਵੀ ਖਤਮ ਹੋ ਗਿਆ। ਸੋ ਵਰਤਮਾਨ ਵਿੱਚ ਉਤਪਤ ਹੋ ਕੇ ਸਮਾ ਰਿਹਾ ਹੈ, ਭਵਿੱਖਤ ਕਾਲ ਵਿੱਚ ਉਤਪੰਨ ਹੋ ਕੇ ਸਮਾ ਜਾਵੇਗਾ। ਸੂਰਜ ਚੰਦਰਮਾ ਦੀਆਂ ਕਿਰਨਾਂ ਦੁਆਰੇ ਪਹਿਲੇ ਹੀ ਜੀਵ ਦਾ ਸਰੂਪ ਹੋ ਕੇ ਧਾਨਾਂ ਤੋਂ ਭਾਵ ਅੰਨ ਵਿੱਚ ਉਤਪੰਨ ਹੁੰਦਾ ਹੈ। ਜਿਸ ਵੇਲੇ ਪਿਤਾ ਨੇ ਅੰਨ ਖਾਧਾ ਤਾਂ ਪਿਤਾ ਦੇ ਬੀਰਜ ਦੁਆਰਾ ਮਾਂ ਦੇ ਉਦਰ ਵਿੱਚ ਉਪਜਦਾ ਹੈ। 9 ਮਹੀਨੇ ਕੁਝ ਦਿਨਾਂ ਉਪਰੰਤ ਫਿਰ ਮਾਤਾ ਦੇ ਉਦਰ ਤੋਂ ਬਾਹਰ ਨਿਪਜ ਹੁੰਦਾ ਜੰਮਦਾ। ਪ੍ਰਾਰਬਧ ਅਨੁਸਾਰ ਪਦਾਰਥ ਭੋਗਦਾ ਹੋਇਆ ਅੰਤ ਨੂੰ ਸਮਾਈ ਹੁੰਦਾ ਮਰ ਜਾਂਦਾ। ਨੈਣ ਤੋਂ ਭਾਵ ਅੱਖਾਂ ਨਾਲ ਵੇਖਦਿਆਂ ਜਗਤ ਇਸੇ ਤਰ੍ਹਾਂ ਤੁਰਿਆ ਜਾਂਦਾ। ਇਹ ਜਿਹੜੀ ਕਥਾ ਆਪਾਂ ਕੀਤੀ ਹੋਈ ਹੈ ਆਤਮ ਗਿਆਨ, ਉਹਦੇ ਵਿੱਚ ਇਹ ਸਾਰਾ ਪ੍ਰਸੰਗ ਬੜੇ ਸੋਹਣੇ ਢੰਗ ਨਾਲ ਦੱਸਿਆ। ਇਹ ਨਹੀਂ ਲੋਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਲਾਜ ਨਾ ਮਰਹੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ। ਸ਼ਰਮ ਵਿੱਚ ਨਹੀਂ ਮਰਦੇ ਜੋ ਕਹਿੰਦੇ ਹੋ ਮੇਰਾ ਘਰ ਹੈ ਮੇਰਾ ਘਰ ਹੈ। ਅੰਤ ਵੇਲੇ ਤੁਹਾਡਾ ਦੋਹਾਂ ਦਾ ਕੋਈ ਨਹੀਂ ਹੈ। ਆ ਤੁਹਾਡਾ ਪਿਤਾ ਨਾਲ ਲੈ ਗਿਆ ਘਰ, ਇਸੇ ਤੁਸੀਂ ਚੜ੍ਹਾਈ ਕਰ ਜਾਓ, ਕਿਸੇ ਨਾਲ ਲੈ ਜਾਓਗੇ ਘਰ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਅਨੇਕ ਤਰ੍ਹਾਂ ਦੇ ਯਤਨ ਕਰਕੇ ਤੁਸੀਂ ਆਪਣੇ ਪਿਤਾ ਦੀ ਦੇਹ ਪਾਲੀ ਸੀ। ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਤੇ ਚੰਗੇ ਚੰਗੇ ਪਦਾਰਥ ਖਵਾਏ। ਉਹੀਓ ਪਿਤਾ ਦੀ ਦੇਹ ਤੁਸੀਂ ਮਰ ਜਾਣ ਕੇ ਅੱਗ ਨਾਲ ਜਾਲੀ ਤੋਂ ਭਾਵ ਸਾੜਨਾ ਕੀਤੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਚੰਦਨ ਨੂੰ ਚੁਆ ਕੇ ਜਿਸ ਪਿਤਾ ਦੇ ਅੰਗਾਂ ਪਰ ਮਲਦੇ ਸੀ ਉਹ ਸਰੀਰ ਹੁਣ ਲੱਕੜੀਆਂ ਦੇ ਨਾਲ ਮਸਾਣ ਭੂਮਿਕਾ ਦੇਖੋ ਸੜ ਰਿਹਾ। ਅਨੇਕ ਯਤਨਾਂ ਕਰਕੇ ਤੁਸੀਂ ਆਪਣੀ ਦੇਹ ਪਾਲੀ ਹੈ, ਮਰਦੀ ਵਾਰੀ ਇਹ ਵੀ ਅੱਗ ਨਾਲ ਸੜ ਜਾਣੀ ਹੈ। ਚੰਦਨ ਨੂੰ ਚੁਆ ਕੇ ਤੁਸੀਂ ਆਪਣੇ ਅੰਗਾਂ ਦੇ ਉੱਤੇ ਮਲਦੇ ਰਹਿੰਦੇ ਹੋ ਹਮੇਸ਼ਾ। ਸੋ ਇਹ ਜਾਣ ਲਓ ਬਈ ਇਹ ਤੁਹਾਡਾ ਸਰੀਰ ਵੀ ਅੰਤ ਨੂੰ ਮਸਾਣਾ ਵਿੱਚ ਜਾ ਕੇ ਲੱਕੜੀਆਂ ਸੜ ਜਾਣਾ। ਕਹੋ ਕਬੀਰ ਸੁਨਹੁ ਰੇ ਗੁਨੀਆਂ, ਬਿਨ ਸੈ ਗੋ ਰੂਪ ਦੇਖੈ ਸਭ ਦੁਨੀਆ। ਕਬੀਰ ਜੀ ਕਹਿੰਦੇ ਗੁਣ ਗੁਨੀਆਂ ਤੋਂ ਭਾਵ ਗੁਣਵਾਨ ਨੂੰ ਸੁਣੋ, ਸੁਣ ਕੇ ਵਿਚਾਰ ਨਾ ਕਰੋ। ਸਭ ਦੁਨੀਆ ਦੇ ਵੇਖਦਿਆਂ ਤੁਹਾਡਾ ਰੂਪ ਵਿੰਸ ਜਾਏਗਾ। ਤੁਹਾਡੇ ਵੇਖਦਿਆਂ ਸਭ ਦੁਨੀਆ ਦਾ ਰੂਪ ਵਿੰਸ ਆਏਗਾ। ਗੌੜੀ ਕਬੀਰ ਜੀ। ਕਬੀਰ ਜੀ ਦੀ ਸੋ ਬਰਾਦਰੀ ਵਿੱਚੋਂ ਕੋਈ ਚੜ੍ਹਾਈ ਕਰ ਗਿਆ, ਲੋਕਾਂ ਆਖਿਆ ਆਪ ਨੂੰ, ਸੋ ਇਸ ਕਰਕੇ ਆਪ ਉਹਨਾਂ ਨੂੰ ਪਰਚਾਓ। ਤਾਂ ਕਬੀਰ ਜੀ ਕਹਿਣ ਲੱਗੇ, ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਹੋਰਨਾਂ ਦੇ ਮਰ ਜਾਣ ਦਾ ਕੀ ਸੋਗ ਕਰਨਾ? ਸੋਗ ਤਾਂ ਕਰੀਏ ਜੇ ਆਪ ਜਿਉਣਾ ਹੋਵੇ, ਅਸਾਂ ਨੇ ਵੀ ਮਰ ਜਾਣਾ। ਸੋਗ ਤਾਂ ਕਰੀਏ ਜੇ ਆਪ ਨਾ ਜਿਉਂਦੇ ਰਹਿਣਾ ਹੋਵੇ, ਭਾਵ ਅਸਾਂ ਨੇ ਸਦਾ ਜੀਵਨਾ। ਸੋ ਇਸ ਕਰਕੇ ਆਪ ਨਾ ਜੀਜੈ। ਸੋ ਅਵਰ ਕਹਿੰਦੇ ਨੇ ਆਪ ਜੇ ਆਪ ਮਰਨਾ, ਜੇ ਆਪ ਜਿਉਣਾ ਤਾਂ ਕਰੀਏ। ਹੁਣ ਆਪ ਤਾਂ ਜਿਉਣਾ ਨਹੀਂ, ਆਪ ਵੀ ਤਾਂ ਜਾਣਾ ਹੀ ਹੈ। ਦੋਨੋਂ ਹੀ ਪਾਠ ਹੈ, ਅਲੱਗ ਨੇ। ਤਉ ਕੀਜੈ ਜੋ ਆਪਨ ਜੀਜੈ, ਅਥਵਾ ਤਉ ਕੀਜੈ ਜੋ ਆਪ ਨਾ ਜੀਜੈ। ਸੋ ਕਹਿੰਦੇ ਨੇ, ਮੈਂ ਪ੍ਰਸ਼ਨ ਕਰਨ ਲੱਗੇ, ਕਹਿੰਦੇ ਜਿਹੜੇ ਅਵਰ ਹੁੰਦੇ ਝੱਲੇ ਆਦਮੀ ਮਰ ਜਾਣ ਤਾਂ ਕੀ ਕਰਨਾ ਚਾਹੀਦਾ? ਸੋਗ ਕਰਨਾ ਚਾਹੀਦਾ, ਕਿਉਂਕਿ ਮਨੁੱਖਾ ਜਨਮ ਨੂੰ ਨਿਸਫਲ ਗਵਾ ਕੇ ਗਏ ਨੇ। ਝੱਲਿਆਂ ਦੇ ਮਰ ਜਾਣ ਦਾ ਕੀ ਸੋਗ ਕਰਨਾ? ਚੰਗਾ ਹੋਇਆ ਸਗੋਂ ਮਰ ਗਏ, ਕਿਉਂਕਿ ਪਾਪ ਕਰਮਾਂ ਵੱਲੋਂ ਤਾਂ ਹਟ ਗਏ। ਕਬੀਰ ਸੰਤ ਮੂਏ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ, ਰੋਹੋ ਸਾਖਤ ਵਾਪਰੇ, ਜੋ ਹਟ ਹੈ ਹਟ ਬਕਾਏ। ਆਹ ਵਿਸ਼ੇਸ਼ ਕਰਕੇ ਕਹਿੰਦੇ ਸ੍ਰੇਸ਼ਟ ਮਹਾਤਮਾ ਮਰ ਜਾਣ ਤਾਂ ਸੋਗ ਕੀ ਕਰਨਾ, ਕਿਉਂਕਿ ਉਹ ਤਾਂ ਬ੍ਰਹਮਾਨੰਦ ਵਿੱਚ ਲੀਨ ਹੋ ਗਏ। ਮੈਂ ਨਾ ਮਰਾਂ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀ ਆਵਨ ਹਾਰਾ ਰਹਾਓ। ਮੈਂ ਨਹੀਂ ਮਰਨਾ, ਸੰਸਾਰ ਥੋੜਾ ਮਰਨ ਵਾਸਤੇ ਰੱਖਿਆ। ਮੈਂ ਨਹੀਂ ਮਰਨਾ ਕਿ ਮੇਰਾ ਸੰਸਾਰ ਫੁਰਨਾ ਜੋ ਮਰ ਗਿਆ। ਇਹ ਦੋਨੋਂ ਹੀ ਭਾਵ ਨੇ, ਇੱਕ ਤਾਂ ਹੈ ਬ੍ਰਹਮ ਗਿਆਨ 'ਚ, ਇੱਕ ਸੰਸਾਰੀ ਜੀਵਾਂ 'ਚ। ਸੰਸਾਰੀ ਜੀਵ ਤਾਂ ਕਹਿੰਦੇ ਮੈਂ ਤਾਂ ਮਰਨਾ ਨਹੀਂ, ਦੁਨੀਆ ਥੋੜ੍ਹੀ ਮਰਨ ਨੂੰ, ਦੁਨੀਆ ਹੀ ਮਰੇਗੀ, ਮੈਂ ਨਹੀਂ ਮਰਦਾ। ਇੱਕ ਬ੍ਰਹਮ ਗਿਆਨ 'ਚ ਗੱਲ ਆ ਜਾਂਦੀ, ਮੈਂ ਨਹੀਂ ਮਰਨਾ, ਮੇਰਾ ਸੰਸਾਰ ਫੁਰਨਾ ਅੰਦਰੋਂ ਹੀ ਮਰ ਗਿਆ। ਇਹ ਬੜੀ ਡੂੰਘੀ ਚੀਜ਼, ਆਮ ਬੰਦੇ ਦੀ ਸਮਝ ਤੋਂ ਪਰੇ ਦੀ ਗੱਲ ਹੈ।
ਤੇ ਇਹ ਮਨ ਦਾ ਫੁਰਨਾ ਹੀ ਦੁਖਦਾਈ ਆ। ਹੁਣ ਮੈਨੂੰ ਜੀਵਾਣ ਵਾਲਾ ਗੁਰੂ ਰਾਮਾਨੰਦ ਮਿਲ ਗਿਆ, ਸਰਬ ਦੇ ਜਵਾਲਣ ਵਾਲਾ ਪਰਮਾਤਮਾ ਹੁਣ ਮੈਨੂੰ ਮਿਲ ਜੋ ਪਿਆ। ਯਾ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਵਿਸਰੇ ਪਰਮਾਨੰਦਾ। ਇਹ ਦੇਹ ਉੱਤੇ ਜਿਹੜਾ ਪਰਮਲ ਹੈ ਚੰਦਨ ਆਦਿਕ ਸੁਗੰਧੀਆਂ ਦਾ ਲਾਉਣਾ। ਪਿੱਛੇ ਇੱਕ ਪਾਠ ਆਇਆ ਸੀਗਾ, ਪਰ ਮਲ ਅਲੱਗ-ਅਲੱਗ ਸੀ, ਪਰਾਈ ਮੈਲ ਪਰਾਈ ਗੰਦਗੀ। ਇੱਥੇ ਪਾਠ ਆਇਆ ਇਕੱਠਾ, ਯਾ ਦੇਹੀ ਪਰਮਲ ਮਹਿਕੰਦਾ। ਪਰਮਲ ਹੁੰਦਾ ਚੰਦਨ, ਚੰਦਨ ਆਦਿਕ ਸੁਗੰਧੀਆਂ ਨਾਲ ਲਗਾਉਣਾ ਜਿਹੜਾ ਇਹ ਦੇਹੀ ਦੇ ਉੱਤੇ। ਤਾਂ ਸੁਖ ਵਿਸਰੇ ਪਰਮਾਨੰਦਾ। ਉਹਨਾਂ ਸੰਸਾਰਕ ਵਿਸ਼ੇ ਸੁਖਾਂ ਕਰਕੇ ਜਿਹੜਾ ਪਰਮਾਨੰਦ ਸਰੂਪ ਪਰਮੇਸ਼ਰ ਦਾ ਨਾਮ ਹੈ, ਇਨਸਾਨ ਨੂੰ ਭੁੱਲ ਹੀ ਜਾਂਦਾ। ਕੂਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਭਰੈ ਮਤ ਹਾਰੀ। ਕਹਿੰਦੇ ਨੇ, ਕਹਿਣ ਤੋਂ ਭਾਵ ਇਹ ਹੈ ਕਿ ਸੰਸਾਰ ਰੂਪ ਇੱਕ ਖੂਹ ਹੈ, ਪੰਜ ਗਿਆਨ ਇੰਦਰੀਆਂ ਪਨਿਹਾਰੀਆਂ ਚਰਖੜੀਆਂ ਬਣੀਆਂ। ਜਿਸ ਵੇਲੇ ਵਿਸ਼ਈ ਆਦਮੀ ਦੀ ਉਮਰਾ ਪ੍ਰਾਣਾ ਰੂਪੀ ਲੱਜ ਟੁੱਟਦੀ ਹੈ ਤਾਂ ਬੁੱਧੀ ਰੂਪ ਝਿਉਰੀ ਵਿਸ਼ਿਆਂ ਰੂਪ ਜਲ ਭਰਨ ਵੱਲੋਂ ਹਾਰ ਗਈ। ਇਸ ਨੂੰ ਫਿਰ ਕੀ ਕਰਦੇ ਨੇ, ਫਿਰ ਇਹ ਜੂਨ ਨੂੰ ਛੱਡ ਕੇ ਨਾ ਹੋਰ ਜੂਨ ਵਿੱਚ ਜਾ ਪਈ, ਕਹਿਣ ਤੋਂ ਭਾਵ ਹੈ। ਸੋ ਹੁਣ ਕੀ ਕਹਿੰਦੇ ਨੇ ਨਾਮ ਜਪਣ ਵਾਲਿਆਂ ਵਾਸਤੇ, ਕਹਿੰਦੇ ਹੁਣ ਨਾਮ ਜਪਣ ਵਾਲੇ ਗੁਰਮੁਖਾਂ ਦੀ ਅਵਸਥਾ ਦੱਸਦਿਆਂ ਉਹ ਕਥਨ ਕਰਦੇ ਨੇ ਕਿ ਸੰਸਾਰ ਰੂਪ ਇੱਕ ਖੂਹ ਹੈ, ਪੰਜ ਗਿਆਨ ਇੰਦਰੀਆਂ ਚਰਖੀਆਂ ਨੇ। ਚਰਖੀ ਹੁੰਦੀ, ਜਿਹਨੇ ਖੂਹ ਦੇਖਿਆ ਉਹਦੇ ਉੱਤੇ ਭੌਣੀ ਜੀ ਜਿਹੜੀ ਲੱਗੀ ਹੁੰਦੀ, ਜਿੱਥੋਂ ਰੱਸਾ ਲੰਘਾਈ ਦਾ ਉਹ ਫਿਰ ਘੁੰਮਦੀ ਹੈ। ਇਸ ਸੰਸਾਰ ਵਿੱਚ ਗੁਰਮੁਖਾਂ ਦੀ ਜਦ ਵਿਸ਼ੇ ਵਾਸਨਾ ਜਾਂ ਵਿਦਿਆ ਰੂਪੀ ਲੱਜ ਟੁੱਟ ਗਈ, ਇਧਰੋਂ ਹਟ ਗਏ ਤਾਂ ਬੁੱਧੀ ਰੂਪ ਝਿਉਰੀ ਪਦਾਰਥਾਂ ਜਾਂ ਵਿਸ਼ਿਆਂ ਰੂਪ ਜਲ ਭਰਨ ਤੋਂ ਹਾਰ ਗਈ, ਤੋਂ ਮਤਲਬ ਹੁੰਦਾ ਰਹਿਤ ਹੋ ਗਈ, ਉਧਰੋਂ ਹਟ ਹੀ ਗਈ ਵਿਸ਼ਿਆਂ ਵੱਲੋਂ। ਸੋ ਸਾਰਿਆਂ ਦੇ ਭਾਵ ਬੀਜ ਕਾਰਨ ਫਿਰ ਕੌਣ ਹੋਏ, ਇਹ ਪ੍ਰਸ਼ਨ ਹੈ ਹੁਣ ਇਹਦੇ 'ਚ। ਕਹਿੰਦੇ ਇੱਕ ਅਦਵੈਤ ਗਿਆਨ ਹੀ ਸਭ ਦੇ ਅਭਾਵ ਕਰਨ ਦਾ ਕਾਰਨ ਹੈ। ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨਿਹਾਰੀ। ਹੁਣ ਕਬੀਰ ਜੀ ਕਹਿੰਦੇ ਜਿਸ ਵੇਲੇ ਬ੍ਰਹਮ ਗਿਆਨ ਹੋਣ ਸਮੇਂ ਬੁੱਧੀ ਵਿੱਚ ਏਕਤਾ ਦਾ ਵਿਚਾਰ ਕੀਤਾ, ਤਦ ਨਾ ਉਹ ਸੰਸਾਰ ਰੂਪ ਖੂਹ ਹੈ, ਨਾ ਹੀ ਪੰਜ ਗਿਆਨ ਇੰਦਰੀਆਂ ਰੂਪ ਪਨਿਹਾਰੀ ਚਰਖੜੀਆਂ ਰਹੀਆਂ ਨੇ। 326 ਅੰਗ ਤੇ ਉਚਾਰਨ ਕਰਦੇ, ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ। ਇਹ ਸ਼ਬਦ ਦੁਆਰਾ ਕਬੀਰ ਜੀ ਆਪਣੀ ਵਿਵਸਥਾ ਕਥਨ ਕਰਦੇ ਨੇ ਕਿ ਪ੍ਰਮਾਤਮਾ ਤੋਂ ਭੁੱਲ ਕੇ ਅਸਥਾਵਰ ਹੁੰਦਾ ਸਥਰ ਰਹਿਣ ਵਾਲੇ ਬਿਰਛ ਪਰਬਤ, ਅਤੇ ਜੰਗਮ ਹੁੰਦਾ ਲੱਤਾਂ ਨਾਲ ਤੁਰਨ ਫਿਰਨ ਵਾਲੇ ਪਸ਼ੂ ਜਿਹੜੇ ਹੁੰਦੇ ਨੇ, ਪਸ਼ੂ ਜੂਨੀਆਂ ਕੀੜੇ ਪਤੰਗੇ। ਇਸ ਤਰ੍ਹਾਂ ਦੇ ਅਨੇਕਾਂ ਜਨਮ ਬਹੁਤ ਪ੍ਰਕਾਰ ਦੇ ਧਾਰਨਾ ਕੀਤੇ ਨੇ। ਜਿਵੇਂ ਆਪ ਨੇ ਫਰਮਾਨ ਕੀਤਾ, ਗੌੜੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖਟ ਹੋਇਓ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਓ। ਸੋ ਜਿਵੇਂ ਪਿੱਛੇ ਕਹੇ ਨੇ, ਇਸ ਤਰ੍ਹਾਂ ਦੇ ਜੂਨੀਆਂ ਰੂਪ ਘਰ ਅਸੀਂ ਬਹੁਤ ਵਸਾਇਆ। ਕਈ ਜਨਮਾਂ ਦੇ ਵਿੱਚ ਕੀੜੇ ਬਣੇ, ਪਤੰਗੇ ਬਣੇ, ਹਾਥੀ ਬਣੇ, ਇਸੇ ਪ੍ਰਕਾਰ ਹੀ ਮੱਛੀਆਂ ਬਣੇ, ਕਦੇ ਅਸੀਂ ਹਿਰਨ ਬਣੇ, ਕਈ ਪੰਖੀ ਬਣੇ, ਸੱਪ ਬਣੇ, ਕਦੇ ਦਰਖਤ ਬਣੇ, ਕਦੇ ਘੋੜੇ ਬਣੇ, ਬਹੁਤ ਕੁਝ ਬਣੇ। ਜਦ ਤੁਸੀਂ ਆਰਾਮ ਤੋਂ ਭੁੱਲੇ ਹੋਏ ਮਾਤਾ ਦੇ ਉਦਰ ਵਿੱਚ ਆਏ ਹੋ, ਕਹਿੰਦੇ ਇਸੇ ਕਰਕੇ ਤਾਂ ਭਈ ਤੁਸੀਂ ਬਹੁਤ ਬਣੇ ਹੋ, ਪਹਿਲੇ ਜਨਮਾਂ ਦੇ ਵਿੱਚ ਬਹੁਤ ਕੁਝ ਬਣੇ ਹੋ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ। ਹੁਣ ਪ੍ਰਮਾਤਮਾ ਤੋਂ ਭੁੱਲ ਕੇ ਕਰਮਾਂ ਅਨੁਸਾਰ ਕਦੇ ਜੋਗੀ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ ਬਣੇ, ਕਦੇ ਛਤਰਪਤੀ ਰਾਜੇ, ਕਦੇ ਭੇਖਾਰੀ ਭਾਵ ਮੰਗਤੇ ਬਣੇ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੂਨੀਆਂ ਵਿੱਚ ਕਿਉਂ ਗਏ, ਆਪ ਨੂੰ ਫਿਰ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਹੋਇਆ? ਕਹਿੰਦੇ ਸਾਖਤਾਂ ਦੇ ਸੰਗ ਕਰਕੇ ਜੂਨੀਆਂ ਵਿੱਚ ਗਏ ਤੇ ਸੰਤਾਂ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਹੋਇਆ। ਇਸ ਕਰਕੇ ਸਾਖਤਾਂ ਨੂੰ ਸਰਾਪ ਅਤੇ ਸੰਤਾਂ ਨੂੰ ਵਰ ਦਿੰਦੇ ਨੇ। ਸਾਖਤ ਮਰਹਿ ਸੰਤ ਸਭ ਜੀਵ ਹੈ, ਰਾਮ ਰਸਾਇਣ ਦਸਨਾ ਪੀਵਹਿ। ਕਹਿੰਦੇ ਦੁਸ਼ਟ ਆਦਮੀ ਸਾਰੇ ਮਰ ਜਾਣ ਅਤੇ ਸੰਤ ਹਮੇਸ਼ਾ ਜਿਉਂਦੇ ਰਹਿਣ। ਜੋ ਸੰਤ ਰਸਾਂ ਦੇ ਘਰ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀਂਦੇ ਨੇ। ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਅਬ ਪੂਰਾ ਦੀਜੈ। ਹੁਣ ਕਬੀਰ ਜੀ ਕਹਿੰਦੇ ਵਾਹਿਗੁਰੂ ਕਿਰਪਾ ਕਰੋ, 84 ਲੱਖ ਜੂਨੀਆਂ ਵਿੱਚ ਫਿਰ ਫਿਰ ਕੇ ਹਾਰ ਪਏ, ਹਾਰ ਕੇ ਤੇਰੀ ਸ਼ਰਨ ਪਏ ਆ। ਹੁਣ ਇਸ ਮਨੁੱਖਾ ਜਨਮ ਵਿੱਚ ਪੂਰਾ ਨਾਮ ਗਿਆਨ ਦੇਣਾ ਕਰੋ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ, ਮਹੱਲਾ ਪੰਜਵਾ।
ਪੰਜਵੇਂ ਪਾਤਸ਼ਾਹ ਕਬੀਰ ਜੀ ਨੂੰ ਮਾਣ ਵਡਿਆਈਆਂ ਬਖਸ਼ਿਸ਼ ਕਰਦੇ, ਸਿਰੋਂ ਪਾਉ ਦੀ ਬਖਸ਼ਿਸ਼ ਕਰਦੇ ਨੇ। ਸੋ ਕਬੀਰ ਜੀ ਨੇ ਆਪਣੀ ਬਾਣੀ ਉਚਾਰ ਕੇ ਸਾਰੀ ਗੁਰੂ ਸਾਹਿਬ ਦੇ ਅੱਗੇ ਭੇਟਾ ਰੱਖੀ ਹੈ। ਅੱਗੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰ ਕੇ ਕਬੀਰ ਜੀ ਨੂੰ ਸਿਰੋਂ ਪਾਉ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਨਾਲ ਰਲਾਏ ਲਿਖਿਆ, ਮਹੱਲਾ ਪੰਜਵਾਂ ਲਿਖਿਆ। ਸਿਰੋਂ ਪਾਉ ਜਿਸ ਨੂੰ ਦਿੱਤਾ ਜਾਂਦਾ ਉਹ ਉਸੇ ਦਾ ਹੀ ਹੋ ਜਾਂਦਾ, ਇਸ ਲਈ ਇਹ ਸ਼ਬਦ ਹੁਣ ਕਬੀਰ ਜੀ ਦਾ ਹੀ ਹੈ। ਸੋ ਸਿੱਖਾਂ ਨੇ ਕਬੀਰ ਜੀ ਪਾਸ ਬੇਨਤੀ ਕੀਤੀ ਕਿ ਉਹਨਾਂ ਦੇ ਜਿਹੜੇ ਸ਼ਿਸ਼ ਸਨ, ਚੇਲੇ ਸਨ, ਕਿ ਮਹਾਰਾਜ ਜੀ ਕੋਈ ਆਖੇਗਾ ਭਾਵ ਕਥਾ ਸੁਣਾਓ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਨੇ, ਸੋ ਪਹਿਲਾ ਅਰਥ ਜਿਹੜਾ, ਮੱਸਿਆ ਵਾਲੇ ਦਿਨ ਅਸੀਂ ਕਾਂਸ਼ੀ ਤੋਂ ਸੈਲ ਕਰਨ ਗਏ, ਰਾਤ ਬਾਹਰ ਹੀ ਕਿਸੇ ਪਿੰਡ 'ਚ ਰਹੇ। ਜਿਸ ਘਰ ਵਿੱਚ ਟਿਕੇ ਸੀ ਉਹ ਘਰ ਵਿੱਚ ਕੀ ਦੇਖਿਆ, ਐਸੋ ਅਚਰਜ ਦੇਖਿਓ ਕਬੀਰ। ਕਬੀਰ ਜੀ ਕਹਿੰਦੇ ਅਸੀਂ ਕਿਹੋ ਜਿਹਾ ਅਚਰਜ ਉੱਥੇ ਕੌਤਕ ਦੇਖਿਆ, ਦਦ ਕੈ ਭੋਲੇ ਬਿਰੋਲੇ ਨੀਰ ਰਹਾਓ। ਜੋ ਦਹੀਂ ਦੇ ਭੁਲੇਖੇ ਇੱਕ ਬਿਰਧ ਮਾਈ ਜਲ ਨੂੰ, ਪਾਣੀ ਨੂੰ ਮੱਥਦੀ ਸੀ, ਰਿੜਕਦੀ ਸੀ, ਉਹ ਦੇਹ ਦਾ ਰਿਵਾਜ ਸੀ ਕਿ ਮੱਸਿਆ ਨੂੰ ਦਹੀਂ ਨਾਲ ਰਿੜਕਣਾ। ਮੱਸਿਆ ਦੀ ਅਤੇ ਏਕਮ ਦੀ ਦੋਹਾਂ ਦਿਨਾਂ ਦੀ ਦਹੀਂ ਇੱਕ ਚਾਟੀ 'ਚ ਇਕੱਠੀ ਕਰਕੇ ਅਤੇ ਦੂਜੀ ਚਾਟੀ ਜਲ ਦੀ ਭਰ ਕੇ ਦੋਨੋਂ ਇਕੱਠੀਆਂ ਰੱਖ ਦਿੱਤੀਆਂ। ਨੂੰਹ ਨੇ ਸੱਸ ਨੂੰ ਕਿਹਾ ਸਵੇਰੇ ਦਹੀਂ ਤੁਸਾਂ ਨੇ ਮੱਥਣੀ ਹੈ। ਉਹਨੇ ਆਖਿਆ ਚੰਗਾ। ਜਿਸ ਵੇਲੇ ਉਹ ਬਿਰਧ ਮਾਈ ਸਵੇਰੇ ਸੋ ਧੌਲਾ ਰਿੜਕਣ ਵਾਸਤੇ ਉੱਠੀ ਤਾਂ ਉਹ ਦੀਵਾ ਜਗਾਉਣ ਵਾਸਤੇ ਡੱਬੀ ਨਾ ਲੱਭੀ। ਹਨੇਰੇ ਵਿੱਚ ਦਹੀਂ ਵਾਲੀ ਚਾਟੀ ਦੇ ਭੁਲੇਖੇ ਪਾਣੀ ਵਾਲੀ ਚਾਟੀ 'ਚ ਮਧਾਣੀ ਪਾਰ ਕੇ ਰਿੜਕਣ ਲੱਗ ਪਈ। ਉਸ ਵਿੱਚੋਂ ਭਲਾ ਕੀ ਨਿਕਲਣਾ ਸੀ। ਸੋ ਕਹਿਣ ਲੱਗੇ, ਨੀਰ ਬਿਲੋਵੈ ਅਤ ਸ਼ਰਮ ਪਾਵੈ, ਨੈਨੂੰ ਕੈਸੇ ਰੀਸੈ, ਬਿਨ ਗੁਰ ਭੇਟੇ ਮੁਕਤ ਨਾ ਕਾਹੂ, ਮਿਲਤ ਨਹੀਂ ਜਗਦੀਸੈ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲਾ ਖੱਪ ਖੱਪ ਮਰਤਾ। ਦਿਨ ਚੜ੍ਹਨ ਨਾਲ ਜਦ ਅਸੀਂ ਅੱਗੇ ਤੁਰੇ ਕੀ ਵੇਖਿਆ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਆਸੈ ਹੀਂਗੈ ਮਰੈ। ਕਹਿੰਦੇ ਇੱਕ ਗਧਾ ਖੋਤਾ ਜਿਹੜਾ ਸੀ ਨਾ, ਕਹਿੰਦੇ ਹਰੀ ਹਰੀ ਅੰਗੂਰੀ ਨਵੀਂ ਫੁੱਟੀ ਹੋਈ ਹਰਿਆਈ ਨੂੰ ਚਰੈ ਤੋਂ ਭਾਵ ਚਰਦਾ ਖਾਂਦਾ ਸੀ ਖੇਤਾਂ 'ਚ। ਕਹਿੰਦੇ ਉਹ ਰੋਜ਼ ਉੱਠ ਕੇ ਭਾਵ ਗਿੱਚੀ ਉੱਚੀ ਕਰਕੇ ਹੱਸਦਾ ਤੇ ਹਿਣਕਦਾ ਸੀ। ਅੰਤ ਨੂੰ ਅੱਡੀਆਂ ਖੁਰ ਮਾਰ ਕੇ ਮਰ ਜਾਂਦਾ, ਕਿਉਂਕਿ ਹਰੀ ਅੰਗੂਰੀ ਖਾਣ ਨਾਲ ਗਲ ਨੂੰ ਪੱਠਾ ਰੋਗ ਲੱਗ ਜਾਂਦਾ, ਉਹਦੇ ਨਾਲ ਗਧਾ ਮਰ ਜਾਂਦਾ। ਅੱਗੇ ਤੁਰਿਆ ਜਾਂਦੇ ਇੱਕ ਹੋਰ ਅਚਰਜ ਕੌਤਕ ਵੇਖਿਆ, ਮਾਤਾ ਭੈਂਸਾ ਅਮੋਹਾ ਜਾਏ, ਕੁਦ ਕੁਦ ਚਰੈ ਸਤਲ ਪਾਏ। ਤੋ ਇੱਕ ਮਾਤਾ ਹੁੰਦਾ ਮਸਤਿਆ ਹੋਇਆ ਭੈਂਸਾ, ਸੰਡਾ ਸੰਡਾ ਹੁੰਦਾ ਝੋਟਾ, ਅਮੋੜ ਹੀ ਜਾਂਦਾ। ਇੱਥੇ ਪਾਠ ਮਾਤਾ ਨਹੀਂ ਕਰਨਾ, ਮਾਤਾ ਭੈਂਸਾ ਨਹੀਂ ਕਰਨਾ, ਮਾਤਾ ਮਾਤਾ ਹੁੰਦਾ ਮਸਤ ਹੋਇਆ ਹੋਇਆ। ਸੋ ਕਿਸੇ ਦੇ ਵੱਸ ਨਹੀਂ ਆਉਂਦਾ। ਉਹਦੇ ਫੜਨ ਵਾਲਿਆਂ ਨੇ ਇੱਕ ਡੂੰਘਾ ਟੋਆ ਪੁੱਟ ਕੇ ਉਹਤੇ ਨਿੱਕੀਆਂ ਨਿੱਕੀਆਂ ਪਤਲੀਆਂ ਛਿਟੀਆਂ ਪਾ ਕੇ ਉੱਪਰ ਹਰਾ ਹਰਾ ਘਾਹ ਰੱਖਤਾ। ਉਸ ਵੇਲੇ ਹਰੇ ਘਾਹ ਨੂੰ ਵੇਖ ਕੇ ਜਿਸ ਵੇਲੇ ਉਹ ਸੰਡਾ ਕੁੱਦ ਕੁੱਦ ਕੇ ਚਰਨ ਵਾਸਤੇ ਆਇਆ ਤਾਂ ਉਹ ਸਤਲ ਭਾਵ ਦਾ ਟੋਏ 'ਚ ਪੈ ਗਿਆ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਉ ਚੁੰਗੈ ਨਿਤ ਭੇੜ। ਕਬੀਰ ਜੀ ਕਹਿੰਦੇ ਅੱਗੇ ਤੁਰੇ ਤਾਂ ਇੱਕ ਹੋਰ ਹੀ ਗੱਲ ਦੇਖੀ। ਕਹਿੰਦੇ ਉਹ ਕੀ? ਕਹਿੰਦੇ ਇਹੀ ਜੀ ਖੇਡ ਪ੍ਰਗਟ ਹੋਈ, ਚੁੰਗਣਾ ਤਾਂ ਲੇਲੇ ਨੇ ਭੇੜ ਨੂੰ ਸੀ, ਪਰ ਮੈਂ ਦੇਖਿਆ ਪਰ ਭੇੜ ਨੇਤਾ ਪ੍ਰਤੀ ਲੇਲੇ ਨੂੰ ਚੁੰਗ ਰਹੀ ਹੈ। ਇਹ ਬਾਹਰਲੇ ਕੌਤਕ ਦੱਸ ਕੇ ਹੁਣ ਕਬੀਰ ਜੀ ਇਹਦਾ ਅੰਤਰੀਵ ਭਾਵ ਅਸਲ ਵਿੱਚ ਦੱਸਦੇ ਕੀ ਹੈ। ਅੰਤਰੀਵ ਭਾਵ ਸੁਣੋ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੇ ਬਿਰੋਲੇ ਨੀਰ ਰਹਾਓ। ਕਹਿੰਦੇ ਇਸ ਪ੍ਰਕਾਰ ਪ੍ਰਮਾਦੀ ਜੀਵ ਜਿਹੜੇ ਆ ਨਾ, ਨਿਸ਼ਕਾਮ ਕਰਮਾ ਰੂਪੀ ਦਹੀਂ ਦੇ ਭੁਲੇਖੇ ਸ਼ਕਾਮ ਕਰਮਾ ਰੂਪ ਪਾਣੀ ਨੂੰ ਰਿੜਕੀ ਜਾਂਦੇ। ਜਿਹੜੇ ਪ੍ਰਮਾਦੀ ਮਾਇਆ 'ਚ ਫਸੇ ਬੰਦੇ ਨੇ ਨਾ, ਕਹਿੰਦੇ ਕਰਨਾ ਤਾਂ ਚਾਹੀਦਾ ਸੀ ਉਹਨਾਂ ਨੂੰ ਨਿਸ਼ਕਾਮ ਕਰਮ, ਨਿਹਕਾਮ ਹੋ ਕੇ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਇਹ ਜਿਹੜੇ ਜੀਵ ਸੀ ਇਹ ਸਹਿਤ ਕਾਮਨਾ ਦੇ ਕਰਮ ਕਰੀ ਜਾਂਦੇ ਆ। ਉਹਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਕਾਮਨਾ ਕਰਕੇ ਇੱਥੇ ਪਾਠ ਕਰ ਲਿਆ, ਉਹ ਕਾਮਨਾ ਇੱਥੇ ਹੀ ਪੂਰੀ ਹੋ ਗਈ, ਪਦਾਰਥ ਮਿਲ ਗਿਆ। ਉਹਦੇ ਨਾਲ ਸੇਵਾ ਜਿਹੜੀ ਕੀਤੀ ਜਾਂ ਸੇਵਾ ਵੀ ਜਿਹੜੀ ਕੀਤੀ ਉਹ ਕਾਮਨਾ ਨਾਲ ਕਰ ਲਈ, ਉਹ ਫਲ ਮਿਲ ਗਿਆ, ਗਾਹਾਂ ਤਾਂ ਨਾਲ ਗਈ। ਫਿਰ ਕਹਿੰਦਾ ਮੈਨੂੰ ਬ੍ਰਹਮ ਗਿਆਨ ਹੋਵੇ। ਭਲਾ ਉਹਨੂੰ ਬ੍ਰਹਮ ਗਿਆਨ ਕਿਵੇਂ ਹੋ ਸਕਦਾ? ਕਿਉਂਕਿ ਬ੍ਰਹਮ ਗਿਆਨ ਲਈ ਤਾਂ ਪਾਠ ਹੀ ਨਹੀਂ ਕੀਤਾ, ਬ੍ਰਹਮ ਗਿਆਨ ਲਈ ਸੇਵਾ ਨਹੀਂ ਕੀਤੀ, ਬਣਦਾ ਬ੍ਰਹਮ ਗਿਆਨੀ ਨਹੀਂ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਂਗੈ ਮਰੈ। ਗਧਾ ਹੁੰਦਾ ਖੋਤਾ, ਖੋਤਾ ਕਾਮੀ ਬਹੁਤ ਹੁੰਦਾ। ਕਹਿੰਦੇ ਕਾਮੀ ਜੀਵ ਵਿਸ਼ਿਆਂ ਰੂਪੀ ਹਰੀ ਅੰਗੂਰੀ ਨੂੰ ਚਰਦਾ ਭਾਵ ਭੋਗਦਾ, ਨੇਤਾ ਪ੍ਰਤੀ ਉੱਠ ਕੇ ਹੱਸਦਾ ਭਾਵ ਆਨੰਦ ਹੁੰਦਾ, ਤੇ ਹੀਂਗਾ ਹੰਕਾਰ ਕਰਦਾ, ਮੇਰੇ ਜਿੰਨੇ ਵਿਸ਼ੇ ਕਿਸੇ ਨੇ ਨਹੀਂ ਭੋਗੇ ਹੋਣੇ। ਅੰਤ ਨੂੰ ਕਹਿੰਦੇ ਨਿਸਫਲ ਹੀ ਮਰ ਜਾਂਦਾ, ਪਰ ਇਹਨਾਂ ਭੋਗਾਂ ਦਾ ਇਹਨੂੰ ਮਿਲਦਾ ਕੁਝ ਨਹੀਂ। ਹੁਣ ਕਬੀਰ ਜੀ ਕਹਿੰਦੇ ਨੇ, ਕਬੀਰ ਦੇ ਸ਼ਲੋਕਾਂ 'ਚ ਆਵੇਗਾ, ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ,
पाछै भोग जो भोग वह तिनको गुड़ लै खाहे। माता भैंसा मूहा जाए कुद कुद चरै रसातल पाए। कहने भैंसा हुंदा संडा, लोभी जीव पदार्थां विच माता मस्त हो के गुरु उपदेश ਅਤੇ शास्त्रां ਦੇ ਕਹੇ ਹੋਏ ਬਚਨਾਂ ਤੋਂ ਅੰਗੂਹਾ ਹੁੰਦਾ, ਅਮੋੜ ਹੀ ਜਾਂਦਾ। ਮਹਾਰਾਜ ਕਹਿੰਦੇ ਇਹ ਨਹੀਂ ਖਾਣਾ, ਕਹਿੰਦਾ ਇਹ ਤਾਂ ਖਾਣਾ, ਇਹ ਨਹੀਂ ਪੀਣਾ, ਕਹਿੰਦੇ ਇਹ ਤੇ ਪੀਣਾ, ਆ ਨਹੀਂ ਕਰਨਾ, ਇਹ ਤਾਂ ਕਰਨਾ, ਕ੍ਰਿਤਾ ਨਹੀਂ ਕਰਨੀ, ਕਹਿੰਦੇ ਇਹ ਤਾਂ ਕਰਨੀ। ਪੁੱਠਾ ਚੱਲਦਾ ਜਦੋਂ ਦੇਖੋ। ਪਰ ਇਹ ਗੁਰ ਉਪਦੇਸ਼ ਨੂੰ ਮੰਨਦਾ ਹੀ ਨਹੀਂ। ਭਾਵ ਗੁਰੂ ਅਤੇ ਸ਼ਾਸਤਰ ਜੋ ਆਖਦੇ ਉਹ ਸੰਸਾਰ ਨਹੀਂ ਚੱਲਦਾ, ਬਲਕਿ ਬ੍ਰਹਮਾ ਦਾ ਕਿਹਾ ਹੋਇਆ ਬਚਨ ਵੀ ਨਹੀਂ ਮੰਨਦਾ। ਬ੍ਰਹਮਾ ਹੂੰ ਕੋ ਕਹਿਓ ਨਾ ਮੰਨੈ, ਕੁਦ ਕੁਦ ਉਛਲ ਉਛਲ ਕੇ ਵਿਸ਼ੇ ਵਿਕਾਰ ਭੋਗਦਾ, ਅੰਤ ਨੂੰ ਨਰਕਾਂ ਰੂਪ ਟੋਏ ਵਿੱਚ ਪੈਂਦਾ। ਸਕਾਮ ਕਰਮਾਂ ਦੇ ਕਰਨੇ ਨੂੰ ਛਾਲਾ ਮਾਰ ਮਾਰ ਕੇ ਸਵਰਗ ਨੂੰ ਚੜ੍ਹਦਾ, ਅੰਤ ਨੂੰ ਫੇਰ ਰਸਾਤਲ ਹੁੰਦੀ ਧਰਤੀ ਤੇ ਡਿੱਗ ਪੈਂਦਾ। ਜਦ ਪੁੰਨਾਂ ਦਾ ਫਲ ਭੋਗ ਲੈਂਦਾ ਤਾਂ ਧਰਤੀ ਤੇ ਸੁੱਟਿਆ ਜਾਂਦਾ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕਉ ਚੁੰਗੈ ਨਿਤ ਭੇਡ। ਕਬੀਰ ਜੀ ਕਹਿੰਦੇ ਇੱਕ ਹੋਰ ਹੀ ਖੇਡ ਪ੍ਰਗਟ ਹੋ ਰਹੀ ਹੈ। ਭੇਡ ਹੁੰਦੀ ਬੁੱਧੀ, ਸੋ ਲੇਲੇ ਹੁੰਦੀ ਪਦਾਰਥਾਂ ਨੂੰ ਚੁੰਗ ਰਹੀ ਹੈ, ਭਾਵ ਗ੍ਰਹਿਣ ਕਰ ਰਹੀ ਹੈ। ਭੇਡ ਹੈ ਮਾਇਆ, ਲੇਲਾ ਜੀਵ। ਜੇ ਲੇਲੇ ਜਿਹੜੇ ਜੀਵਾਂ ਦੇ ਸ਼ੁਭ ਗੁਣਾਂ ਨੂੰ ਚੁੰਗ ਰਹੀ ਹੈ, ਭੇਡ ਜਿਹੜੀ ਮਾਇਆ ਨਾ ਜੀਵਾਂ ਦੇ ਸ਼ੁਭ ਗੁਣਾਂ ਨੂੰ ਚੁੰਗ ਰਹੀ ਹੈ, ਸ਼ੁਭ ਗੁਣ ਇਹਨਾਂ ਦੇ ਖਾ ਜਾਂਦੀ ਹੈ। ਭੇਡ ਹੁੰਦੀ ਮਾਤਾ, ਤੇ ਪਿਤਾ ਜਿਹੜੇ ਨੇ ਮਾਤਾ ਪਿਤਾ ਭੇਡ ਹੋ ਗਏ, ਤੇ ਲੇਲੇ ਹੋ ਗਏ ਲੜਕੀ। ਲੜਕੀ ਨੂੰ ਚੁੰਗ ਰਹੇ, ਭਾਵ ਲੜਕੀ ਦਾ ਪੈਸਾ ਖਾ ਰਹੇ ਨੇ। ਲੜਕੀ ਨੂੰ ਵਿਆਹ ਕੇ ਜੋ ਮਾਤਾ ਪਿਤਾ ਉਹਦੇ ਘਰ ਦਾ ਅੰਨ ਜਾਂ ਰੁਪਈਆ ਲੈ ਕੇ ਖਾਂਦੇ ਨੇ, ਉਹਨਾਂ ਦਾ ਜਨਮ ਨਿਸਫਲ ਚਲਿਆ ਜਾਂਦਾ। ਬਲਕਿ ਲੜਕੀ ਤੇ ਲੜਕੇ ਦਾ ਸੰਜੋਗ ਕਰਾਉਣ ਵੇਲੇ ਜੋ ਵਿਚੋਲੇ ਬਣ ਕੇ 500 ਜਾਂ 1000 ਰੁਪਈਆ ਵਿੱਚੋਂ ਖਾ ਜਾਂਦੇ ਆ, ਕਹਿੰਦੇ ਉਹਨਾਂ ਦਾ ਜਨਮ ਵੀ ਨਿਸਫਲ ਚਲਿਆ ਜਾਂਦਾ, ਉਹ ਵੀ ਰਿਸ਼ਵਤ ਖਾਂਦੇ ਆ। ਸੱਸੈ ਸੰਜਮ ਗਇਓ ਮੂੜੇ ਏਕ ਦਾਨ, ਤੁਧ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ। ਇਹ ਧਾਨ ਖਾਧਾ ਤੇਰਾ ਜਨਮ ਗਿਆ, ਇਸ ਪ੍ਰਕਾਰ ਫਰਮਾਉਂਦੇ ਨੇ। ਸੋ ਜੀਵ ਦਾ ਫਿਰ ਤਰਨਾ ਕਿਵੇਂ ਹੋਵੇ ਜੀ, ਕਿਰਪਾ ਕਰਕੇ ਦੱਸੋ। ਉੱਤਰ ਦਿੰਦੇ ਨੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਹੁਣ ਕਬੀਰ ਜੀ ਕਹਿੰਦੇ ਜਿਸ ਵੇਲੇ ਗੁਰਾਂ ਨੇ ਮੈਨੂੰ ਗਿਆਤ ਪਾਈ, ਮੈਨੂੰ ਸੋਝੀ ਪਾਈ, ਤੇ ਰਾਮ ਦੇ ਉਚਾਰਨ ਵਾਲੀ ਮੈਨੂੰ ਮੱਤ ਪ੍ਰਾਪਤ ਹੋ ਗਈ, ਪ੍ਰਗਟੀ ਹੋ ਗਈ, ਰਾਮ ਦੀ ਮੱਤ ਮਿਲੀ। ਕਹਿੰਦੇ ਉਸ ਮੱਤ ਕਰਕੇ ਮੇਰੇ ਉੱਤੇ ਕਿਰਪਾ ਹੋਈ, ਜੋ ਬਖਸ਼ਿਸ਼ ਹੋ ਗਈ। ਕਹਿੰਦੇ ਕਿਉਂਕਿ ਗੁਰਾਂ ਨੇ ਮੈਨੂੰ ਇੱਕ ਮੱਤ ਦਿੱਤੀ ਕਿ ਤੂੰ ਗੁਰਾਂ ਵਾਲੀ ਮੱਤ ਲੈ ਭਾਈ, ਗੁਰਾਂ ਵਾਲੀ ਮੱਤ ਲੈ ਕੇ ਨਾ ਰਾਮ ਰਾਮ ਜਪਿਆ ਕਰ। ਇਸ ਕਰਕੇ ਮੈਂ ਰਾਮ 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 ਹੁਣ ਜਪਦਾ, ਤਾਂ ਕਹਿੰਦੇ ਮੇਰਾ ਭਲਾ ਹੁੰਦਾ ਹੈ। ਗੌੜੀ ਕਬੀਰ ਜੀ ਪੰਚਪਦੇ। ਪੰਚਪਦੇ ਦੇ ਹੇਠ ਜਿਹੜਾ ਦੂਆ ਲੱਗਿਆ, ਇਹਦਾ ਭਾਵ ਹੈ ਕਿ ਪੰਚਪਦੇ ਦੇ 2 ਸ਼ਬਦ ਆਉਣਗੇ, ਇਹ ਧਿਆਨ ਰੱਖਣਾ। ਕਈ ਪੁੱਛ ਲੈਂਦੇ ਆ ਛੋਟੇ ਛੋਟੇ ਅੱਖਰ ਥੱਲੇ ਕੀ ਲਾਏ ਹੁੰਦੇ ਨੇ। ਸੋ ਉਥਾਨ ਕਾ ਇਸ ਪ੍ਰਕਾਰ ਹੈ ਸ਼ਬਦ ਦੀ। ਕਬੀਰ ਜੀ ਕਾਸ਼ੀਪੁਰੀ 'ਚ ਬੈਠੇ ਸਨ ਤਾਂ ਪੰਡਤਾਂ ਨੇ ਆ ਕੇ ਕਿਹਾ, ਹੇ ਕਬੀਰ ਤੇਰੇ 'ਚ ਪ੍ਰਮਾਤਮਾ ਦੀ ਭਗਤੀ ਕੋਈ ਨਹੀਂ। ਸ਼ਿਵਾ ਨੇ ਜੋ ਸ਼ਲੋਕ ਮੁਕਤੀ ਦਾ ਸਦਾ ਵਰਤ ਲਗਾਇਆ ਹੋਇਆ ਤੇ ਉਹਦੇ ਲੈਣ ਵਾਸਤੇ ਤੂੰ ਹੀ ਇੱਥੇ ਬੈਠਾ। ਇਹ ਗੱਲ ਸੁਣ ਕੇ ਕਬੀਰ ਜੀ ਨੇ ਵਿਚਾਰਿਆ, ਮੈਨੂੰ ਤਾਂ ਸ਼ਿਵ ਲੋਕ ਵਿੱਚ ਜਾਣ ਦੀ ਇੱਛਾ ਹੀ ਨਹੀਂ, ਅਤੇ ਮੇਰੇ ਪਾਸ ਈਸ਼ਵਰ ਭਗਤੀ ਰੂਪ ਧਨ ਬੇਅੰਤ ਹੈ, ਇਸ ਵਾਸਤੇ ਮੈਨੂੰ ਇੱਥੇ ਰਹਿਣ ਦੀ ਕੀ ਲੋੜ ਹੈ। ਉਸੇ ਵੇਲੇ ਭਗਤ ਜੀ ਉੱਠ ਕੇ ਹੜੰਬੇ ਵਾਲੇ ਧਰਤੀ ਤੇ ਆ ਵਸੇ। ਉਦੋਂ ਭਗਵਾਨ ਨੇ ਪ੍ਰੀਖਿਆ ਲੈਣ ਵਾਸਤੇ ਆਕਾਸ਼ਬਾਣੀ ਦੁਆਰੇ ਕਿਹਾ, ਹੇ ਕਬੀਰ ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾ ਹੀਨਾ। ਹਉ ਤੋਂ ਭਾਵ ਮੈਂ ਜਾਣਦਾ ਕਿ ਤੂੰ ਪਿਛਲੇ ਜਨਮ ਤਪ ਦਾ ਹੀਣਾ, ਭਾਵ ਪਿਛਲੇ ਜਨਮ ਵਿੱਚ ਤੂੰ ਕੋਈ ਤਪ ਨਹੀਂ ਕੀਤਾ। ਕਾਸ਼ੀਪੁਰੀ ਤਿਆਗਣ ਕਰਕੇ ਹੁਣ ਤੂੰ ਐਸਾ ਦੁਖੀ ਹੋਵੇਂਗਾ ਜਿਵੇਂ ਪਾਣੀ ਨੂੰ ਛੱਡ ਕੇ ਮੱਛ ਬਾਹਰ ਹੁੰਦਾ ਤੇ ਤੜਫ ਤੜਫ ਕੇ ਮਰਦਾ। ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਆਬ ਕਹੋ ਰਾਮ ਕਵਨ ਗਤ ਮੋਰੀ। ਇਹ ਪਰਮੇਸ਼ਰ ਦੱਸੋ ਫਿਰ ਮੇਰੀ ਹੁਣ ਕੀ ਹਾਲਤ ਹੋਵੇਗੀ। ਤਜੀ ਲੈ ਬਨਾਰਸ ਮਤ ਭਈ ਥੋਰੀ ਰਹਾਓ। ਭਗਵਾਨ ਨੇ ਕਿਹਾ ਤੂੰ ਕਾਸ਼ੀਪੁਰੀ ਤਿਆਗ ਦਿੱਤੀ ਹੈ, ਇਸ ਤੇ ਮੈਂ ਸਮਝਦਾ ਤੇਰੀ ਬੁੱਧੀ ਥੋੜੀ ਹੋ ਗਈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗ ਹਰਿ ਉਠ ਆਇਆ। ਸਾਰਾ ਜਨਮ ਤਾਂ ਤੂੰ ਸ਼ਿਵਪੁਰੀ ਚ ਗਵਾਇਆ, ਬਤਾ ਦਿੱਤਾ, ਪਰ ਹੁਣ ਮਰਨ ਵੇਲੇ ਤੂੰ ਹੜੰਬੇ ਧਰਤੀ ਉੱਠ ਕੇ ਆ ਗਿਆ। ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਭਇਆ ਮਗ ਹਰ ਕੀ ਬਾਸੀ। ਹੈ ਕਬੀਰ ਬਹੁਤੇ ਸਾਲ ਤੂੰ ਕਾਂਸ਼ੀ ਚ ਰਹਿ ਕੇ ਜਪ ਤਪ ਕੀਤਾ, ਹੁਣ ਤੇਰੇ ਮਰਨ ਦਾ ਸਮਾਂ ਹੜੰਬੇ ਦੇਸ਼ ਦੀ ਬਸਤੀ ਵਿੱਚ ਹੋ ਰਿਹਾ। ਹੁਣ ਮਰਨ ਦਾ ਸਮਾਂ ਨੇੜੇ ਆ ਸਮਝ ਕੇ ਹੜੰਬੇ ਦੇਸ਼ ਦੀ ਬਸਤੀ ਵਿੱਚ ਆ ਗਿਆ। ਉਸ ਵੇਲੇ ਕਬੀਰ ਜੀ ਨੇ ਕਿਹਾ, ਭਗਵਾਨ ਆਪ ਮੈਨੂੰ ਐਵੇਂ ਨਾ ਦਬਾਈ ਜਾਓ, ਮੈਂ ਵੀ ਤਾਂ ਕਿਸੇ ਕਾਰਨ ਕਰਕੇ ਇੱਥੇ ਆਇਆ ਹਾਂ। ਕਾਸੀ ਮਗ ਹਰ ਸੰਵਿਚਾਰੀ। ਮੈਂ ਕਾਸ਼ੀਪੁਰੀ ਤੇ ਹੜੰਬੇ ਸ਼ਹਿਰ ਨੂੰ ਇੱਕੋ ਜਿਹਾ ਵਿਚਾਰਿਆ, ਕਿਉਂਕਿ ਤੂੰ ਦੋਹੀ ਥਾਈਂ ਪਰਿਪੂਰਨ ਨਾ,
ਇਸ ਲਈ ਇੱਥੇ ਆ ਕੇ ਵਸਿਆ। ਜਾਂ ਆਪ ਕਹੋ ਕਿ ਮੈਂ ਸਰਵਵਿਆਪੀ ਨਹੀਂ ਹਾਂ। ਹੁਣ ਭਗਵਾਨ ਇਸ ਤਰ੍ਹਾਂ ਆਖੇ ਕਿ ਮੈਂ ਪਰਿਪੂਰਨ ਨਹੀਂ ਹਾਂ, ਕਿਉਂਕਿ ਜੇ ਭਗਵਾਨ ਇੱਕ ਦੇਸੀ ਹੋ ਜਾਏ ਤਾਂ ਸਭ ਵੇਦ ਸ਼ਾਸਤਰ ਸੋ ਨਿਸਫਲ ਹੋ ਜਾਣਗੇ। ਓਛੀ ਭਗਤ ਕੈਸੇ ਉਤਰ ਸਪਾਰੀ। ਸੇ ਭਗਵਾਨ ਭਾਵੇਂ ਕਾਸ਼ੀ ਵਿੱਚ ਵਸੀਏ ਤਾਂ ਵੀ ਓਛੀ ਤੁੱਛ ਭਗਤੀ ਕਰਕੇ ਮਨੁੱਖ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋ ਉਤਰ ਸਕਦਾ। ਮੇਰੇ ਵਿੱਚ ਤਾਂ ਪੂਰਨ ਭਗਤੀ ਹੈ, ਮੈਂ ਭਾਵੇਂ ਕਿੱਥੇ ਹੀ ਮਰਾਂ, ਮੈਂ ਮੋਕਸ਼ ਰੂਪ ਹਾਂ। ਕਿਉਂਕਿ ਪੂਰਨ ਭਗਤੀ ਵਾਲਾ ਮਨੁੱਖ ਭਾਵੇਂ ਕੋਠਿਆਂ ਮੰਜਿਆਂ ਉੱਤੇ ਕੱਲਰ ਵਾਲੀ ਭੂਮੀ ਤੇ ਚਾਹੇ ਮਗਹਰ ਵਿੱਚ ਮਰੇ, ਉਹ ਮੋਕਸ਼ ਰੂਪ ਹੈ। ਉਸ ਵਾਸਤੇ ਦੇਸ਼ ਕਾਲ ਵਸਤੂ ਦੀ ਕੋਈ ਲੋੜ ਨਹੀਂ। ਸੋ ਯੋਗਾਭਿਆਸੀ ਮਨੁੱਖ ਵਾਸਤੇ ਚੰਗੀ ਧਰਤੀ ਤੇ ਕਾਲ ਦੀ ਲੋੜ ਹੁੰਦੀ ਹੈ। ਸੋ ਇਸ ਕਰਕੇ ਮੈਂ ਤਾਂ ਭਗਤੀ ਕੀਤੀ ਹੈ। ਜਦੋਂ ਮੈਂ ਤੇਰੀ ਭਗਤੀ ਕੀਤੀ ਹੈ ਤਾਂ ਮੈਨੂੰ ਕੀ ਚਿੰਤਾ ਜਾਂ ਮੈਨੂੰ ਕੀ ਫਿਕਰ ਹੈ। ਕਹੋ ਗੁਰ ਗਜ ਸੇਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮੈ। ਕਬੀਰ ਜੀ ਕਹਿੰਦੇ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਜੀ ਨਾਮ ਦੇ ਪ੍ਰਤਾਪ ਕਹੋ ਭਾਵ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਜਿਸ ਨਾਮ ਨਾਲ ਇੰਦਰ ਦੀਆਂ ਇਸ ਪ੍ਰਕਾਰ 1000 ਭਗਾਂ ਨੂੰ ਹਟਾ ਕੇ 1000 ਨੇਤਰ ਕਰ ਦਿੱਤੇ ਸਨ, ਫਿਰ ਜਿਸ ਨਾਮ ਨੂੰ ਮੇਰੇ ਗੁਰੂ ਰਾਮਾਨੰਦ ਜੀ ਜਾਣਦੇ ਨੇ। ਗਜ ਹੁੰਦਾ ਗਣੇਸ਼ ਅਤੇ ਸ਼ਿਵ ਆਦਿ ਸਾਰੇ ਕੋਈ ਜਾਣਦੇ ਨੇ ਕਿ ਉਸੇ ਸ੍ਰੀ ਰਾਮ ਨੂੰ ਉਚਾਰਨਾ ਕਰਦਾ ਹੋਇਆ ਜਿਵੇਂ ਕਬੀਰ ਮਰਿਆ ਤਾਂ ਫਿਰ ਕਿਵੇਂ ਬੇਗਤਾ ਜਾਵਾਂਗਾ। ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈ ਨਾਮ। ਗਜ ਹੁੰਦਾ ਗਣੇਸ਼ ਦੇ ਗੁਰੂ ਸ਼ਿਵ ਜੀ ਚੰਗੀ ਤਰ੍ਹਾਂ ਨਾਮ ਦੇ ਪ੍ਰਤਾਪ ਨੂੰ ਜਾਣਦੇ ਨੇ, ਜਿਨ੍ਹਾਂ ਨੇ ਤਰਲੋਕੀ ਦੀ ਰੱਖਿਆ ਵਾਸਤੇ ਸਮੁੰਦਰ ਵਿੱਚੋਂ ਨਿਕਲੀ ਹੋਈ ਵਿਉ ਨੂੰ ਰਾਮ ਨਾਮ ਕਹਿ ਕੇ ਕੰਠ 'ਚ ਪਹੁੰਚਾ ਲਿਆ। ਸ਼ਿਵ ਜੀ ਨੇ ਜ਼ਹਿਰ ਕੰਠ 'ਚ ਇਸ ਕਰਕੇ ਪਹੁੰਚਾਇਆ ਕਿਉਂ ਕਿ ਸ਼ਿਵ ਜੀ ਦੇ ਹਿਰਦੇ 'ਚ ਰਾਮ ਵਸਿਆ ਹੋਇਆ ਸੀ ਤੇ ਉਹਨੂੰ ਕੋਈ ਫਿਰ ਜ਼ਹਿਰ ਦਾ ਅਸਰ ਨਹੀਂ ਸੀ ਹੁੰਦਾ। ਇਸ ਗੱਲ ਨੂੰ ਸਭ ਕੁਝ ਜਾਣਦਾ ਕਿ ਜਿਹੜਾ ਗੁਰਾਂ ਦੁਆਰੇ ਪਰਮੇਸ਼ਰ ਨੂੰ ਨਾਮ ਹੁੰਦਾ ਗਜ ਉਚਾਰਦਾ ਉਹ ਸ਼ਿਵ ਕਲਿਆਣ ਨੂੰ ਪ੍ਰਾਪਤ ਹੁੰਦਾ ਤੇ ਸ਼੍ਰੀ ਰਾਮ ਦੇ ਨਾਮ ਨੂੰ ਉਚਾਰ ਕੇ ਮੋਆ ਹੁੰਦਾ ਵਧੇ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਖਸ਼ਿਸ਼ 15 ਸ਼ਬਦਾਂ ਤੱਕ 326 ਅੰਕ ਤੱਕ ਕੀਤੀ ਹੈ। ਸੋ ਅੱਗੇ ਫਿਰ ਸ਼੍ਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ। 326 ਅੰਗ ਤੇ ਭਗਤ ਬਾਣੀ ਦੇ ਵਿੱਚੋਂ ਗੌੜੀ ਕਬੀਰ ਜੀਓ 16ਵਾਂ ਸ਼ਬਦ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ, ਸੋ ਜਿਸ ਪ੍ਰਕਾਰ ਉਥਾਨਕਾ ਸ਼ਬਦ ਦੀ ਵਿਰਾਗਮਈ ਉਪਦੇਸ਼ ਹੈ। ਕਿਸੇ ਵਿਅਕਤੀ ਦੀ ਉਮਰ ਪੂਰੀ ਹੋਣ ਤੇ ਚੜ੍ਹਾਈ ਕਰ ਗਿਆ। ਕਬੀਰ ਜੀ ਦਾ ਅਸੂਲ ਸੀ ਕਿ ਜਿੱਥੇ ਵੀ ਸੰਸਕਾਰ ਹੁੰਦਾ ਕਿਸੇ ਵੀ ਵਿਅਕਤੀ ਦਾ, ਸੋ ਮੜੀਆਂ ਦੇ ਵਿੱਚ ਨਾਲ ਜਾਣਾ ਅਤੇ ਵਿਰਾਗ ਧਾਰ ਕੇ ਰੱਖਣਾ। ਜਿਸ ਵੇਲੇ ਮਸਾਣ ਭੂਮਿਕਾ ਵਿੱਚ ਸੰਸਕਾਰ ਕਰਕੇ ਸਭ ਲੋਕ ਇਕੱਠੇ ਹੋ ਕੇ ਬੈਠੇ ਤਾਂ ਕਬੀਰ ਜੀ ਵਿਰਾਗ ਜਨਕ ਉਪਦੇਸ਼ ਦਿੰਦਿਆਂ ਹੋਇਆਂ ਸਾਰੇ ਜਿਤਨੇ ਆਏ ਲੋਕ ਸਨ ਉਹਨਾਂ ਨੂੰ ਉਪਦੇਸ਼ ਕਰਦੇ ਹਨ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹਿੰਦੇ ਚੰਦਨ ਆਦਿ ਜਿਹੜੀਆਂ ਸੁਗੰਧੀਆਂ ਨੂੰ ਚਵਾ ਕੇ ਸੋ ਜਿਸ ਰਾਜੇ ਦੇ ਅੰਗਾਂ ਤੇ ਮਲਦੇ ਸੀ ਉਹ ਤਨ ਹੁਣ ਸਰੀਰ ਜਿਹੜਾ ਸੀ ਨਾ ਉਹ ਲੱਕੜੀਆਂ ਦੇ ਨਾਲ ਹੀ ਦੇਖੋ ਸੜ ਰਿਹਾ ਭਾਈ। ਇਸ ਤਨ ਧਨ ਕੀ ਕਵਨ ਵਡਾਈ, ਧਰਨ ਪਰੈ ਔਰ ਵਾਰ ਨਾ ਜਾਈ ਰਹਾਉ। ਇਸ ਤਨ ਧਨ ਦੀ ਕੀ ਵਡਿਆਈ ਹੈ। ਧਨ ਧਰਤੀ 'ਚ ਦੱਬਿਆ ਪਿਆ ਰਹਿੰਦਾ ਤੇ ਅਸਥੂਲ ਸਰੀਰ ਨੇ ਵੀ ਇੱਥੇ ਰਹਿਣਾ, ਉਰਵਾਰ ਉਰਲੇ ਪਾਸੇ ਰਹਿ ਜਾਣਾ, ਭਾਵ ਅੱਗੇ ਨਹੀਂ ਜਾਂਦਾ। ਪਰ ਲੋਕ ਵਿੱਚ ਦੋਹਾਂ ਨੇ ਨਾਲ ਨਹੀਂ ਜਾਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹੈ, ਰਾਤ ਜੇ ਸੋਭ ਹੈ ਦਿਨ ਕਰ ਹੈ ਕਾਮ, ਇੱਕ ਖਿਨ ਲੇਹ ਨ ਹਰ ਕੋ ਨਾਮ। ਹੁਣ ਕੋਈ ਵੀ ਇਨਸਾਨ ਦੁਨੀਆ ਦੇ ਅੰਦਰ ਰਾਤ ਨੂੰ ਸਾਰੇ ਸੌਂ ਜਾਂਦੇ, ਰੋਟੀ ਖਾਧੀ ਸੌਂ ਗਏ, ਸਵੇਰੇ ਉੱਠੇ ਫਿਰ ਰੋਟੀ ਖਾਧੀ ਤੇ ਦਿਨੇ ਉੱਠ ਕੇ ਕੰਮ ਚਲੇ ਗਏ, ਕੰਮ ਤੇ ਆ ਕੇ ਫਿਰ ਦੁਪਹਿਰ ਦੀ ਰੋਟੀ ਉੱਥੇ ਖਾ ਲਈ, ਸ਼ਾਮ ਦੀ ਰੋਟੀ ਫੇਰ ਖਾ ਲਈ, ਫੇਰ ਸੌਂ ਗਏ। ਉਹ ਮਨੁੱਖ ਇੱਕ ਖਿਣ ਪਰ ਵੀ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ। ਰਾਤ ਦਿਨ ਉਹਨਾਂ ਦਾ ਇਸ ਤਰ੍ਹਾਂ ਹੀ ਬਤੀਤ ਹੋ ਜਾਂਦਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ।
क्यों? क्योंकि वो लोग जिहड़े ने हमेशा ही दिने भी काम करते ने, रात नूं सौ जाते ने, उन्हां दी जिंदगी महाराज कहंदे इसे तरह ही बतीत हो जाती है। हाथित डोर मुख खायो तंबोर, मरती बार कस बांधियो चोर। कहंदे हुण तां हाथित हुंदा हत्थ विच कदे बुलबुलां घोड़ियां ते बाजां दीयां डोरां फड़ के शिकार खेडदे आ, हत्थां विच डोर फड़ के पतंग उडाउंदे आ ते मूंह विच तंबोर हुंदा, तंबोल पान खांदे। फेर मंगण वास्ते हत्थ ਥਾਂ ਥਾਂ ਦੇ ਉੱਤੇ ਤਡੋਰ ਹੁੰਦਾ ਤੜਦੇ ਫਿਰਦੇ ਆ, ਹੱਥ ਅੜਦੇ ਫਿਰਦੇ ਆ ਤੇ ਮੂੰਹ ਵਿੱਚ ਪਾਨ ਖਾਂਦੇ ਆ। ਮਰਦੀ ਵਾਰੀ ਉਹਨਾਂ ਨੂੰ ਜਮਦੂਤ ਜਿਹੜਾ ਹੁੰਦਾ ਕਸ ਹੁੰਦਾ ਖਿੱਚ ਕੇ ਚੋਰ ਵਾਂਗੂ ਬੰਨ੍ਹਦੇ ਨੇ। ਹਰ ਕਾ ਨਾਮ ਜਿਨ ਮਾਨਾ ਆਰਾਧਾ, ਚੋਰ ਕੀ ਨਿਆਈ ਜੰਪੁਰ ਬਾਧਾ। ਉਹ ਚੋਰ ਮਰਨ ਵੇਲੇ ਖਿੱਚ ਕੇ ਬੰਨ੍ਹਿਆ ਜਾਂਦਾ ਹੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਸ ਤਰ੍ਹਾਂ ਤੇ ਭਗਤ ਕਬੀਰ ਜੀ ਫਰਮਾਉਂਦੇ ਨੇ, ਗੁਰਮਤਿ ਰਸ ਰਸ ਹਰ ਗੁਣ ਗਾਵੈ, ਰਾਮੈ ਰਾਮ ਰਮਤ ਸੁਖ ਪਾਵੈ। ਜੋ ਮਨੁੱਖ ਗੁਰਾਂ ਦੀ ਸਿੱਖਿਆ ਵਿੱਚ ਰਸ ਕੇ, ਰਸ ਰਸਾ ਕੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ, ਮੂਲ ਮੰਤਰ ਦੁਆਰਾ, ਗੁਰਮੰਤਰ ਦੁਆਰਾ, ਗੋਬਿੰਦੇ ਮੁਕੰਦੇ ਦੁਆਰਾ, ਜਾਪ ਸਾਹਿਬ ਜਪਜੀ ਸਾਹਿਬ ਰਾਹੀਂ, ਇਹ ਆਪਾਂ ਆਪਣੇ ਲਈ ਕਹਿ ਰਹੇ ਹਾਂ। ਸੋ ਕਹਿੰਦੇ ਰਸ ਰਸ ਕੇ ਜਿਹੜਾ ਰਾਮ ਨਾਮ ਦੇ ਗੁਣ ਗਾਉਂਦਾ। ਕਬੀਰ ਜੀ ਦੀ ਬਾਣੀ ਉਦੋਂ ਵੀ ਸੀ, ਇਸ ਕਰਕੇ ਉਦੋਂ ਵੀ ਲੋਕਾਂ ਨੂੰ ਕਬੀਰ ਜੀ ਕਿਹਾ ਕਰਦੇ, ਭਾਈ ਪੜ੍ਹ ਲਓ, ਸਿੱਖਿਆ ਪੜ੍ਹ ਲਓ ਸਾਰੀ। ਬਾਣੀ ਦੁਆਰਾ ਤੇ ਰਾਮ ਹੀ ਰਾਮ ਨੂੰ ਮਨ ਕਰਕੇ ਰਮਦਾ ਹੈ, ਉਹ ਆਤਮ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਇਨਸਾਨ। ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਬਾਸ ਸੁਗੰਧ ਬਸਾਈ। ਪੂਰਨ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਸਤਨਾਮ ਦੀ ਸਿੱਖਿਆ ਦ੍ਰਿੜ ਕਰਾਈ ਹੈ, ਸੱਚਾ ਨਾਮ ਦ੍ਰਿੜ ਕਰਾਇਆ, ਉਹਨਾਂ ਜੀਵਾਂ ਨੇ ਆਪਣੇ ਦਿਲ ਅੰਦਰ ਵਾਹਿਗੁਰੂ ਵਾਹਿਗੁਰੂ ਦੀ ਭਗਤੀ ਰੂਪੀ ਖੁਸ਼ਬੂ ਦੀ ਸ੍ਰੇਸ਼ਟ ਵਾਸ਼ਨਾ ਜਗਾਈ ਹੈ। ਦੁਨਿਆਵੀ ਜਿੰਨੇ ਵੀ ਲੋਕ ਨੇ ਤਮਾਮ ਵਾਸ਼ਨਾ ਜਿਹੜੀਆਂ ਫਿਰ ਉਹ ਉਹਨਾਂ ਦੇ ਹਿਰਦੇ 'ਚ ਹੁੰਦੀਆਂ, ਪਰ ਰੱਬ ਦੇ ਪਿਆਰੇ ਜਿੰਨੀਆਂ ਦੁਨਿਆਵੀ ਵਾਸ਼ਨਾ ਨੇ ਇਹਨਾਂ ਨੂੰ ਦੂਰ ਕਰਕੇ ਭਗਤੀ ਰੂਪੀ ਸੁਗੰਧੀ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ। ਪਰ ਤੱਕ ਵੀ ਭਗਤਾਂ ਨੂੰ ਸੁਗੰਧੀਆਂ ਆਉਂਦੀਆਂ ਨੇ, ਖੁਸ਼ਬੂਆਂ ਆਉਂਦੀਆਂ ਨੇ। ਜਦੋਂ ਦਸਮ ਦੁਆਰ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਹੁੰਦਾ, ਨਾਮ ਦੀ ਖੁਸ਼ਬੂ ਆਉਂਦੀ ਹੈ। ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ। ਹੁਣ ਕਬੀਰ ਜੀ ਫਰਮਾਉਂਦੇ, ਇਹ ਅੰਨ੍ਹਿਆ ਜੀਵ ਤੂੰ ਪ੍ਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਉਹ ਰਾਮ ਪ੍ਰਮਾਤਮਾ ਹੀ ਇੱਕ ਸੱਚਾ, ਹੋਰ ਸਭ ਧੰਦੇ ਝੂਠੇ ਨੇ। ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ। ਚਾਰ ਤੁਕੇ ਦੇ ਹੇਠਾਂ ਜੋ ਦੂਆ ਲੱਗਿਆ ਉਹਦਾ ਭਾਵ ਹੈ ਕਿ ਇਹ ਚਾਰ ਤੁਕਾਂ ਵਾਲੇ ਦੋ ਸ਼ਬਦ ਆਉਣਗੇ, ਚਾਰ ਤੁਕਿਆਂ ਦੇ। ਇੱਕ ਤੇ ਪਦੇ ਦੀ ਸ਼ਕਲ ਭਾਵ ਤਿੰਨ ਪਦਿਆਂ ਦਾ ਸ਼ਬਦ ਆਵੇਗਾ, ਦੂਜਾ ਚਾਰ ਪਦਿਆਂ ਵਾਲਾ ਸ਼ਬਦ ਆਵੇਗਾ। ਇਹ ਪਹਿਲਾਂ ਅਸੂਲ ਬੰਨ੍ਹ ਦਿੱਤਾ। ਇਹ ਸ਼ਬਦ ਦੁਆਰਾ ਨਾਮ ਦੀ ਵਡਿਆਈ ਦੱਸਦੇ ਆ। ਜਮ ਤੇ ਉਲਟ ਭਏ ਹੈ ਰਾਮ। ਜੋ ਵਾਹਿਗੁਰੂ ਦਾ ਭਜਨ ਕਰਦੇ ਨੇ ਉਹਨਾਂ ਲਈ ਜਮਾਂ ਤੋਂ ਉਲਟ ਕੇ ਰਾਮਗਣ ਬਣ ਜਾਂਦੇ ਉਹਨਾਂ ਦੇ। ਜਿਵੇਂ ਸੰਤਾਂ ਦੀ ਕਿਰਪਾ ਕਰਕੇ ਅਜਾਮਲ ਨੂੰ ਪਹਿਲਾਂ ਜਮਦੂਤ ਫੜਨ ਆਏ, ਫਿਰ ਰਾਮਗਣਾਂ ਨੇ ਉਹਨੂੰ ਮਾਰ ਕੇ ਕੱਢ ਦਿੱਤਾ ਤੇ ਰਾਮਗਣ ਆਪ ਹੀ ਅਜਾਮਲ ਨੂੰ ਲੈ ਗਏ। ਇਸ ਕਰਕੇ ਭਾਈ ਗੁਰਦਾਸ ਜੀ ਨੇ ਕਾਫੀ ਮਹਿਮਾ ਕੀਤੀ 10ਵੀਂ ਵਾਰ ਦੇ ਵਿੱਚ ਕਿ ਪਤਤ ਅਜਾਮਲ ਪਾਪ ਕਰ ਜਾਏ, ਕਲਾਵਤਣੀ ਦੇ ਰਹਿਆ। ਗੁਰ ਤੇ ਬੇਮੁਖ ਹੋਏ ਕਾ ਪਾਪ ਕਮਾਵੈ, ਦੁਰਮਤ ਦਹਿਆ। ਬਿਰਥਾ ਜਨਮ ਗਵਾਹੇ, ਭਵਜਲ ਅੰਦਰ ਫਿਰਦਾ ਵਹਿਆ। 6 ਪੁੱਤ ਜਾਏ ਵੇਸਵਾ, ਪਾਪਾਂ ਦੇ ਫਲ ਇੱਛੇ ਲਹਿਆ। ਪੁੱਤੋ ਪੰਨਾ ਸਤਮਾ, ਨਾਉ ਧਰਨ ਨੂੰ ਚਿੱਤੋ ਮਹਿਆ। ਗੁਰੂ ਦੁਆਰਾ ਜਾਏ ਕਾ ਗੁਰਮੁਖ ਨਾਉ ਨਰਾਇਣ ਕਹਿਆ। ਅੰਤ ਕਾਲ ਜਮਦੂਤ ਵੇਖ, ਪੁੱਤ ਨਾਰਾਇਣ ਬੋਲੇ ਛਹਿਆ। ਜਮਗਣ ਮਾਰੇ ਹਰ ਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ। ਨਾਏ ਲਏ ਦੁੱਖ ਡੇਰਾ ਢਹਿਆ। ਇਸ ਕਰਕੇ ਨਾਮ ਦੀ ਮਹਿਮਾ ਕਥਨ ਕਰ ਰਹੇ ਨੇ। ਦੁੱਖ ਬਿਨਸੇ ਸੁਖ ਕੀਓ ਵਿਸਰਾਮ। ਇਸ ਲਈ ਉਹਨਾਂ ਦੇ ਸਰੀਰਕ ਦੁੱਖ ਅਤੇ ਜਮ ਮਾਰਗ ਦੇ ਦੁੱਖ ਸਾਰੇ ਹੀ ਨਸ਼ਟ ਹੋ ਗਏ ਅਤੇ ਉਹ ਸੁੱਖਾਂ ਵਿੱਚ ਆਰਾਮ ਕਰਦੇ ਨੇ। ਨਾਮ ਜਪਣ ਵਾਲਿਆਂ ਲਈ ਦੇਖੋ ਕਿਵੇਂ ਸਭ ਕੁਝ ਠੀਕ ਹੋ ਜਾਂਦਾ। ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਭਏ ਚੀਤਾ। ਨਾਮ ਦੇ ਪ੍ਰਤਾਪ ਕਰਕੇ ਅਨਾਦੀ ਵੈਰ ਵਾਲੇ ਵੈਰੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਉਲਟ ਕੇ ਮਿੱਤਰ ਬਣ ਜਾਂਦੇ ਨੇ।
ਪ੍ਰਤੱਖ ਦੁਸ਼ਟ ਆਦਮੀ ਵੀ ਉਲਟ ਕੇ ਸ੍ਰੇਸ਼ਟ ਚਿੱਤ ਵਾਲੇ ਹੋ ਜਾਂਦੇ ਨੇ, ਕਿਉਂਕਿ ਸਾਖਤ ਉਲਟ ਸੋ ਜਨ ਭਏ ਚੀਤਾ। ਜਿਵੇਂ ਦਾਰੇ ਬਦਮਾਸ਼ ਦੀ ਸਾਖੀ ਸੁਣਾਈ ਹੋਈ ਪਹਿਲੀਆਂ ਸੀੜੀਆਂ 'ਚ। ਸੋ ਮੁਕਤਸਰ ਸਾਹਿਬ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ, ਅੰਮ੍ਰਿਤ ਛਕ ਲਾ ਦਾਰਿਆ, ਪੁੱਠੇ ਕੰਮ ਨਾ ਕਰਿਆ ਕਰ। ਕਹਿੰਦਾ, ਮਹਾਰਾਜ ਮੇਰੀ ਦੁਸ਼ਮਣੀ ਬੜੀ, ਚਾਰੇ ਪਾਸੇ ਕੀ ਕਰਾਂ। ਕਹਿੰਦੇ, ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ, 40 ਦਿਨ ਵਿੱਚ 32 ਮਾਲਾ ਮੂਲ ਮੰਤਰ ਦੀਆਂ ਕਰਕੇ 1.25 ਲੱਖ ਪਾਠ ਕਰਦੇ। 40ਵੇਂ ਦਿਨ ਸਾਰੇ ਦੁਸ਼ਟ ਤੇਰੇ ਪੈਰੀਂ ਪੈ ਕੇ ਮਾਫੀ ਮੰਗ ਜਾਣਗੇ। ਦਾਰੇ ਨੇ ਬਚਨ ਮੰਨ ਕੇ ਅੰਮ੍ਰਿਤ ਛਕ ਕੇ 40 ਦਿਨ ਵਿੱਚ 1.25 ਲੱਖ ਮੂਲ ਮੰਤਰ ਕੀਤਾ। 40ਵੇਂ ਦਿਨ ਸਾਰੇ ਦੁਸ਼ਮਣ ਮਾਫੀ ਮੰਗੇ। ਅਬ ਮੋਹੇ ਸਰਬ ਕੁਸਲ ਕਰ ਮਾਨਿਆ, ਸ਼ਾਂਤ ਪਈ ਜਬ ਗੋਬਿੰਦ ਜਾਣਿਆ ਰਹਾਉ। ਹੁਣ ਕਹਿੰਦੇ, ਮੈਂ ਵੀ ਨਾਮ ਸਿਮਰਨ ਕਰਕੇ ਸਭ ਤਰ੍ਹਾਂ ਦਾ ਕੁਸਲ ਸੁੱਖ ਆਨੰਦ ਮੰਨਿਆ। ਜਦ ਤੋਂ ਗੋਬਿੰਦ ਨੂੰ ਜਾਣਿਆ ਤਦ ਤੋਂ ਸ਼ਾਂਤੀ ਪ੍ਰਾਪਤ ਹੋਈ ਹੈ। 327 ਅੰਗ ਤੇ ਬਖਸ਼ਿਸ਼ ਕਰਦੇ ਨੇ। ਤਨ ਮਹਿ ਹੋਤੀ ਕੋਟ ਉਪਾਦ, ਉਲਟ ਪਈ ਸੁਖ ਸਹਿਜ ਸਮਾਦ। ਕਹਿੰਦੇ, ਜਦੋਂ ਨਾਮ ਦੇ ਨਾਲ ਐਸੀ ਕਿਰਪਾ ਹੁੰਦੀ, ਜਦੋਂ ਹਿਰਦੇ 'ਚ ਨਾਮ ਵਸ ਜਾਂਦਾ ਹੈ, ਇਹ ਸਰੀਰ ਵਿੱਚ ਪਹਿਲਾਂ ਕਰੋੜਾਂ ਬਿਮਾਰੀਆਂ ਤਕਲੀਫਾਂ ਸੀ, ਉਹ ਵੀ ਉਲਟ ਕੇ ਸਹਿਜ ਸਮਾਧ ਨਿਰਵਿਕਲਪ ਸਮਾਧੀ ਦੇ ਆਨੰਦ ਵਾਂਗੂ ਸੁਖ ਰੂਪ ਹੀ ਹੋ ਗਈਆਂ। ਦੁੱਖ ਵੀ ਉਲਟ ਕੇ ਸੁਖ ਰੂਪ ਹੀ ਹੋ ਜਾਂਦਾ ਹੈ ਬੰਦਗੀ ਵਾਲਿਆਂ ਨੂੰ। ਦੇਖੋ, ਸਾਰਾ ਕੁਝ ਦੱਸਿਆ ਕਿ ਜਮਦੂਤ ਉਲਟ ਕੇ ਰਾਮਗਣ ਬਣ ਜਾਂਦੇ ਆ, ਦੁੱਖ ਉਲਟ ਕੇ ਸੁਖ ਬਣ ਜਾਂਦੇ ਆ, ਬੈਰੀ ਉਲਟ ਕੇ ਮਿੱਤਰ ਬਣ ਜਾਂਦੇ ਆ, ਸਾਖਤ ਉਲਟ ਕੇ ਸੱਜਣ ਬਣ ਜਾਂਦੇ ਆ। ਇਸੇ ਪ੍ਰਕਾਰ ਅਨੇਕਾਂ ਬਿਮਾਰੀਆਂ ਉਲਟ ਕੇ ਉਹ ਸੁਖ ਰੂਪੀ ਹੋ ਜਾਂਦੀਆਂ, ਆਨੰਦ ਵਾਂਗੂ ਰਹਿੰਦਾ ਬੰਦਾ। ਆਪ ਪਛਾਨੈ ਆਪੈ ਆਪ, ਰੋਗ ਨਾ ਵਿਆਪੈ ਤੀਨੋ ਤਾਪ। ਅਭੇਦ ਚਿੰਤਨ ਦੁਆਰਾ ਆਪਣੇ ਸ਼ੁੱਧ ਅੰਤःਕਰਣ ਨਾਲ ਆਪਣੇ ਸਵੈ ਰੂਪ ਨੂੰ ਪਛਾਣੇ। ਪਹਿਲਾਂ ਚਿੰਤਨ ਕਰੇ ਆਪਣੀ ਆਤਮਾ ਦਾ ਬੈਠ ਕੇ, ਆਪਣੇ ਗੁਰਾਂ ਪਾਸ ਆ ਕੇ ਆਪਣੇ ਪ੍ਰੇਮ ਭਾਵ ਦੁਆਰਾ ਆਪਣਾ ਮਨ ਇਕਾਗਰ ਕਰਨਾ ਪਛਾਣੇ, ਤਾਂ ਆਦਿ ਵਿਆਧੀ ਉਪਾਧੀ ਰੂਪ ਤਿੰਨਾਂ ਤਾਪਾਂ ਵਿੱਚੋਂ ਕੋਈ ਤਾਪ ਰਹਿੰਦਾ ਹੀ ਨਹੀਂ, ਸਾਰੇ ਤਾਪ ਹੀ ਖਤਮ ਹੋ ਜਾਂਦੇ ਨੇ। ਆਬ ਮਨ ਉਲਟ ਸਨਾਤਨ ਹੂਆ, ਤਬ ਜਾਣਿਆ ਜਬ ਜੀਵਤ ਮੂਆ। ਹੁਣ ਮੇਰਾ ਮਨ ਸੰਸਾਰਕ ਪਦਾਰਥਾਂ ਵੱਲੋਂ ਉਲਟ ਕੇ ਸਨਾਤਨ ਹੁੰਦਾ, ਆਦ ਰੂਪ ਭਾਵ ਬ੍ਰਹਮ ਸਰੂਪ ਹੋ ਗਿਆ। ਇਸ ਆਨੰਦ ਨੂੰ ਤਦ ਜਾਣਿਆ ਜਦ ਜੀਵਤ ਭਾਵ ਤੋਂ ਅੰਦਰੋਂ ਮਰਿਆ। ਜਦੋਂ ਤੱਕ ਅੰਦਰੋਂ ਜੀਵਤ ਭਾਵ ਨਹੀਂ ਮਰਦਾ, ਕੱਲੀ ਆਤਮਾ ਹੀ ਰੱਖਣੀ ਹੈ। ਜਿਹੜਾ ਜੀਵ ਭਾਵ ਹੈ, ਇਹ ਜੀਵ ਭਾਵ ਕਰਕੇ ਸਾਰੀਆਂ ਤਕਲੀਫਾਂ ਹੁੰਦੀਆਂ, ਮੈਂ ਕਰਦਾ ਰਹਿੰਦਾ। ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰਾਓ ਨਾ ਅਵਰ ਡਰਾਵੋ। ਕਬੀਰ ਜੀ ਫਰਮਾਉਂਦੇ, ਹੁਣ ਮੈਂ ਸਹਿਜ ਸੁਖ ਆਤਮ ਸੁਖ ਵਿੱਚ ਸਮਾ ਗਿਆ, ਸਹਿਜੇ ਹੀ ਸੁਖ ਸਰੂਪ ਪਰਮਾਤਮਾ ਵਿੱਚ ਸਮਾ ਗਿਆ ਹਾਂ। ਇਸ ਲਈ ਨਾ ਤਾਂ ਮੈਂ ਆਪ ਡਰਦਾ, ਨਾ ਕਿਸੇ ਹੋਰ ਨੂੰ ਡਰਾਉਂਦਾ। ਜਿਵੇਂ 9ਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨ ਧਿਆਨ। ਕਹੋ ਨਾਨਕ ਸੁੰਦਰੇ ਮਨਾ, ਗਿਆਨੀ ਤਾਹੇ ਬਖਾਨ। ਗੌੜੀ ਕਬੀਰ ਜੀ ਪਿੰਡ ਮੂਹੈ ਜੀਓ ਕਿਹ ਕਰ ਜਾਤਾ। ਹੁਣ ਪ੍ਰਸ਼ਨ ਹੋਇਆ ਕਿ ਬ੍ਰਹਮ ਗਿਆਨੀ ਦਾ ਸਰੀਰ ਮਰ ਜਾਵੇ ਤਾਂ ਉਹਦਾ ਜੀ ਆਤਮਾ ਕਿਹੜੇ ਘਰ ਵਿੱਚ ਜਾਂਦਾ, ਤੇ ਅਗਿਆਨੀ ਦਾ ਸਰੀਰ ਮਰ ਜਾਵੇ ਤਾਂ ਉਹਦਾ ਜੀ ਕਿਹੜੇ ਘਰ ਵਿੱਚ ਜਾਂਦਾ। ਤਾਂ ਉੱਤਰ ਦਿੰਦਿਆਂ ਹੋਇਆਂ ਫਰਮਾਉਂਦੇ ਨੇ, ਸ਼ਬਦ ਅਤੀਤ ਅਨਾਹਦ ਰਾਤਾ। ਕਹਿੰਦੇ, ਬ੍ਰਹਮ ਗਿਆਨੀ ਦਾ ਜੀਵ ਆਤਮਾ ਜਿਹੜਾ ਹੁੰਦਾ ਨਾ, ਉਹ ਅਤੀਤ ਹੁੰਦਾ, ਤਿੰਨਾਂ ਗੁਣਾਂ ਤੋਂ ਰਹਿਤ, ਅਨਾਹਦ ਇੱਕ ਰਸ ਸ਼ਬਦ ਬ੍ਰਹਮ ਵਿੱਚ ਹੀ ਤਦਾਕਾਰ ਹੋ ਜਾਂਦੇ। ਤੇ ਸ਼ਬਦ ਦਾ ਅਰਥ ਬ੍ਰਹਮ ਹੈ। ਸ਼ਬਦ ਅਤੀਤ ਅਨਾਹਦ ਰਾਤਾ, ਸ਼ਬਦ ਸਪਰਸ ਰੂਪ ਰਸ ਗੰਧ ਤੋਂ ਰਹਿਤ ਅਤੇ ਹੱਦ ਤੋਂ ਰਹਿਤ ਜੋ ਅਕਾਲ ਪੁਰਖ ਹੈ, ਉਹਦੇ ਵਿੱਚ ਤਦਾਕਾਰ ਹੋ ਜਾਂਦਾ ਹੈ। ਤੇ ਅਗਿਆਨੀ ਦਾ ਜੀਵ ਆਤਮਾ ਗੁਰ ਸ਼ਬਦ ਤੋਂ ਰਹਿਤ ਹੋਣ ਕਰਕੇ ਇੱਕ ਰਸ, ਸ਼ਬਦ ਦਾ ਅਰਥ ਸੰਸਾਰ ਵੀ ਹੈ। ਕਹਿੰਦੇ ਉਹਦਾ ਜਿਹੜਾ ਮਨ ਹੈ ਜੀਵ ਆਤਮਾ, ਉਹ ਸੰਸਾਰ ਕਹਿਣ ਤੋਂ ਭਾਵ ਜੂਨੀਆਂ ਭੋਗਣ ਵਿੱਚ ਹੀ ਤਦਾਕਾਰ ਹੁੰਦਾ ਹੈ। ਤਾਂ ਉਹ ਸ਼ਬਦ ਬ੍ਰਹਮ 'ਚ ਚਲਾ ਜਾਂਦਾ, ਇਹ ਸ਼ਬਦ ਸੰਸਾਰ 'ਚ ਮਿਲ ਜਾਂਦਾ। ਜਿਨ ਰਾਮ ਜਾਣਿਆ ਤਿਨਹਿ ਪਛਾਨਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਜਿਹਨੇ ਰਾਮ ਨੂੰ ਜਾਣਿਆ, ਉਹਨੇ ਉਸ ਵਾਹਿਗੁਰੂ ਦੇ ਆਨੰਦ ਨੂੰ ਪਛਾਣ ਲਿਆ। ਉਹ ਆਨੰਦ ਐਸੇ ਕਹਿ ਹੈ ਜਿਵੇਂ ਗੂੰਗੇ ਦਾ ਸ਼ੱਕਰ ਖਾਣ ਉੱਪਰ ਮਨ ਮੰਨਿਆ ਜਾਂਦਾ ਹੈ। ਤੇ ਉਸ ਪਾਸੋਂ ਜੇ ਪੁੱਛੀਏ ਤਾਂ ਉਹ ਆਨੰਦ ਕਹਿ ਨਹੀਂ ਸਕਦਾ, ਬਸ ਖੁਸ਼ ਹੋ ਕੇ ਦਿਖਾ ਦਿੰਦਾ ਹੈ। ਹਰ ਗੁਣ ਕਹਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮੀਠੇ ਆਈ। ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ? ਉਹਦੀ ਪ੍ਰਾਪਤੀ ਦੇ ਦੋ ਰਸਤੇ ਹੈ, ਇੱਕ ਹਠ ਯੋਗ ਹੈ, ਦੂਜਾ ਰਾਜ ਯੋਗ ਹੈ।
ਹੁਣ ਪਹਿਲੇ ਹਠ ਯੋਗ ਦੀ ਰੀਤੀ ਦੱਸਦੇ ਨੇ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ। ਬਨਵਾਰੀ ਹੁੰਦਾ ਬਜੰਤੀ ਮਾਲਾ ਵਾਲੇ ਜੋ ਕ੍ਰਿਸ਼ਨ ਜੀ ਹਨ, ਉਹਨਾਂ ਨੇ ਗੀਤਾ ਵਿੱਚ ਅਰਜਨ ਪ੍ਰਤੀ ਇਹ ਜਿਹਾ ਗਿਆਨ ਦੁਆਰਾ ਉਪਦੇਸ਼ ਕੀਤਾ ਹੈ। ਇਹ 6 ਮੋਤੀਆਂ ਦੀ ਮਾਲਾ ਦਾ ਨਾਮ ਬਜੰਤੀ ਮਾਲਾ ਹੁੰਦਾ। ਇਹਦੇ ਇਸ ਪ੍ਰਕਾਰ ਦੱਸਦੇ ਨੇ, ਬਾਂਸੀ ਸੀਪੀ ਸੂਕਰੀ ਕਰੀ ਗਿਰੀ ਮਠ ਸਾਲ, ਇਹ ਖਟ ਮੋਤੀ ਪਰੋਈ ਹੈ ਬਣੇ ਬਜੰਤੀ ਮਾਲ। ਸੰਸਕ੍ਰਿਤ ਗ੍ਰੰਥਾਂ ਵਿੱਚ 5 ਪ੍ਰਕਾਰ ਦੇ ਫੁੱਲਾਂ ਤੋਂ ਬਣੀ ਹੋਈ ਮਾਲਾ ਦਾ ਨਾਮ ਬਜੰਤੀ ਮਾਲਾ। ਉਹ 5 ਫੁੱਲ ਇਹ ਨੇ, ਤੁਲਸੀ, ਕੰਦ, ਮਦਾਰ, ਹਾਰ ਸ਼ਿੰਗਾਰ ਤੇ ਕਮਲ। ਇਉਂ 5 ਫੁੱਲਾਂ ਨੂੰ ਮਿਲਾ ਕੇ ਮਾਲਾ ਬਣਦੀ ਹੈ। ਦੂਸਰਾ ਭਾਵ ਅਰਥ ਇਹ ਆ, ਰਾਜ ਯੋਗ ਦੀ ਰੀਤੀ ਅਨੁਸਾਰ ਕਥਨ ਕਰਦੇ ਨੇ, ਬਨਵਾਰੀ ਸੰਸਾਰ ਬਨ ਦਾ ਮਾਲੀ ਜੋ ਪਰਮਾਤਮਾ ਹੈ, ਉਹਨੇ ਵੇਦਾਂ ਵਿੱਚ ਐਸਾ ਗਿਆਨ ਕਥਨ ਕੀਤਾ ਹੈ ਕਿ ਪਾਉਣ ਦੀ ਨਿਆਈ ਜੋ ਚੰਚਲ ਮਨ ਹੈ, ਇਹਨੂੰ ਸੁਖਮਨਾ ਨਾਰੀ ਜਿਹੜੀ ਹੁੰਦੀ ਨਾੜੀ ਹੁੰਦੀ ਮਨ ਨੂੰ ਸੁਖ ਦੇਣ ਵਾਲੀ, ਸੁਖਮਨਾ ਨਾਰੀ ਮਨ ਨੂੰ ਸੁਖ ਦੇਣ ਵਾਲੀ ਨਾਰੀ ਜੋ ਭਗਤੀ ਹੈ, ਉਸ ਵਿੱਚ ਇਸਤਤ ਕਰ ਲੇਕਿਨ ਇਹਨਾਂ ਰਸਤਿਆਂ ਦਾ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਉਹ ਪੂਰਨ ਗੁਰੂ ਧਾਰਨਾ ਕਰੋ ਜਿਹੜਾ ਇੱਕ ਵਾਰ ਧਾਰ ਕੇ ਮੁੜ ਕੇ ਹੋਰ ਧਾਰਨਾ ਨਾ ਪਵੇ। ਕਹਿਣ ਤੋਂ ਭਾਵ ਬ੍ਰਹਮ ਨੇਸ਼ਟੀ ਬ੍ਰਹਮ ਸਰੋਤੀ ਗੁਰੂ ਧਾਰੋ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੈ। ਤਿਸ ਗੁਰ ਕਉ ਸਾਧਨ ਭੋਜਨ ਪਾਠ ਪਟੰਬਰ, ਬਹੁ ਬਿਧ ਸਤ ਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੈ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ। ਸੋ ਪਦ ਰਵਹੁ ਜੇ ਬਹੁਰ ਨਾ ਰਵਨਾ। ਉਸ ਪਦ ਨੂੰ ਉਚਾਰ ਨਾ ਕਰੋ ਜਿਸ ਨੂੰ ਉਚਾਰ ਕੇ ਫਿਰ ਹੋਰ ਕੋਈ ਨਾ ਉਚਾਰ ਨਾ ਪਵੇ। ਉਹ ਆਤਮ ਪਦ ਹੈ ਸਾਰਿਆਂ ਨਾਲੋਂ ਉੱਚਾ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰਹੋ ਜੇ ਬਹੁਰ ਨਾ ਮਰਨਾ। ਕਿਉਂਕਿ ਜੱਜੇ ਸਿਹਾਰੀ ਕਰਕੇ ਇਹਨੂੰ ਐਂ ਬੋਲਣਾ, ਜੇ ਇੰਨਾ ਕੀ ਬੋਲਦਾ ਹੈ। ਉਸ ਧਿਆਨ ਨੂੰ ਧਾਰਨਾ ਕਰੋ ਜੋ ਮੁੜ ਕੇ ਹੋਰ ਨਾ ਧਾਰਨਾ ਪਵੇ। ਭਾਵ ਕਹਿਣ ਤੋਂ ਕਿ ਪਰਮੇਸ਼ਰ ਦਾ ਧਿਆਨ ਧਾਰੋ। ਜਿਸ ਤਰ੍ਹਾਂ ਮਹਾਤਮਾ ਜੀਵਤ ਭਾਅ ਤੋਂ ਮਰੇ ਹਨ, ਐਸੇ ਤੁਸੀਂ ਵੀ ਜੀਵਤ ਭਾਅ ਤੋਂ ਮਰ ਜਾਓ, ਜੋ ਮੁੜ ਕੇ ਮਰਨਾ ਜੰਮਣਾ ਨਾ ਹੋਵੇ। ਐਸੇ ਸੋ ਇਸ ਪ੍ਰਕਾਰ ਕਹਿੰਦੇ, ਐਸੇ ਤੋਂ ਭਾਵ ਐਸ਼ਾਂ ਲੁੱਟਣ ਵੱਲੋਂ ਮਰ ਜਾਓ। ਬਹੁਤੀ ਐਸ਼ ਪ੍ਰਸਤੀ ਨਾ ਕਰੋ ਜੋ ਮੁੜ ਕੇ ਮਰਨਾ ਜੰਮਣਾ ਨਾ ਹੋਵੇ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਾਵੋ। ਪਹਿਲਾਂ ਤਾਂ ਹਠ ਯੋਗ ਅਨੁਸਾਰ ਈੜਾ ਪਿੰਗਲਾ ਸੁਖਮਨਾ ਜਿਹੜੀ ਹੈ, ਪਹਿਲਾਂ ਸੁਖਮਨਾ ਨਾਰੀ ਦੱਸਦੇ, ਜਿਹੜੀ ਆਪਣੇ ਨੱਕ ਤੇ ਆ ਕੇ ਸਮਾਪਤੀ ਹੁੰਦੀ, ਤਾਈਓ ਨੱਕ ਦਾ ਧਿਆਨ ਧਰਾਉਂਦੇ ਨੇ। ਖੱਬੀ ਸੁਰ ਸੱਜੀ ਸੁਰ ਆ ਉੱਤੇ ਤ੍ਰਿਕੁਟੀ 'ਚ ਧਿਆਨ ਧਰਨਾ, ਓਮ ਦਾ ਜਾਪ ਕਰਨਾ। ਕਹਿੰਦੇ ਹਠ ਯੋਗ ਅਨੁਸਾਰ ਜਿਹੜੀ ਗੰਗਾ ਹੁੰਦੀ ਹੈ, ਭਾਵ ਈੜਾ ਦੁਆਰੇ, ਈੜਾ ਜਿਹੜੀ ਆ ਗੰਗਾ ਕਹੀਏ ਈੜਾ ਨੂੰ, ਈੜਾ ਦੁਆਰੇ ਉਲਟਾ ਕੇ ਜਮਨ ਹੁੰਦਾ ਪਿੰਗਲਾ ਸੁਰ। ਪਿੰਗਲਾ ਸੁਰ ਦੁਆਰੇ ਪ੍ਰਾਣਾਂ ਨੂੰ ਦਸਮ ਦੁਆਰ 'ਚ ਮਿਲਾਓ। ਉਹ ਜਲ ਆਦਿਕ ਸੰਗਮ ਤੋਂ, ਸੰਗਮ ਦਾ ਅਰਥ ਹੁੰਦਾ ਸੰਬੰਧ, ਜਲ ਆਦਿਕ ਸੰਬੰਧ ਤੋਂ ਬਿਨਾਂ ਜੋ ਮਨ ਹੁੰਦਾ ਸ਼੍ਰੋਮਣੀ ਦਸਮ ਦੁਆਰ ਹੈ, ਉਸ ਵਿੱਚ ਜੋ ਯੋਗਾਨੰਦ ਰੂਪ ਅੰਮ੍ਰਿਤ, ਉਹਦੇ ਵਿੱਚ ਇਸ਼ਨਾਨ ਕਰੋ। ਰਾਜ ਯੋਗ ਅਨੁਸਾਰ ਸੰਸਾਰ ਵੱਲੋਂ ਗੰਗਾ ਹੁੰਦੀ ਬਿਰਤੀ, ਗੰਗਾ ਬਿਰਤੀ ਨੂੰ ਉਲਟਾ ਕੇ, ਭਾਵ ਬਿਰਤੀ ਨੂੰ ਉਲਟਾ ਕੇ ਜਿਸ ਪਰਮਾਤਮਾ ਵਿੱਚ ਜਮਨ ਹੁੰਦਾ, ਜੰਮਣਾ ਮਰਨ ਨਹੀਂ ਹੈ, ਉਸ ਵਿੱਚ ਮਿਲਾਵੋ। ਅਤੇ ਪਦਾਰਥਾਂ ਰੂਪੀ ਜੜਤਾ ਰੂਪੀ ਜਲ ਸੰਬੰਧ ਤੋਂ ਬਿਨਾਂ ਜੋ ਮਨ ਸ਼੍ਰੋਮਣੀ ਪਰਮਾਤਮਾ, ਉਸਦੇ ਬ੍ਰਹਮਾਨੰਦ ਰੂਪ ਅੰਮ੍ਰਿਤ ਵਿੱਚ ਇਸ਼ਨਾਨ ਕਰੋ। ਇਹ ਅੰਤਰੀਵ ਸਾਧਨ ਕਰਨ ਦਾ ਵਿਹਾਰ ਕਿਸ ਨੂੰ ਪ੍ਰਾਪਤ ਹੁੰਦਾ ਤਾਂ ਉੱਤਰ ਦਿੰਦੇ ਨੇ, ਲੋਚਾ ਸੰਸਰ ਇਹੋ ਵਿਵਹਾਰਾ, ਤਤ ਵਿਚਾਰ ਕਿਆ ਔਰ ਵਿਚਾਰਾ। ਜਿਹਦੀ ਲੋਚਾ ਹੁੰਦੀ ਦ੍ਰਿਸ਼ਟੀ, ਅੱਖਾਂ, ਜਿਹਦੀ ਦ੍ਰਿਸ਼ਟੀ ਸੰਸਰ ਹੋ ਗਈ, ਇੱਕ ਸਮਾਨ ਹੋਈ ਹੈ, ਭਾਵ ਜਿਹਨੂੰ ਕੋਈ ਹਰਖ ਸੋਗ ਨਹੀਂ, ਉਹਨੂੰ ਇੱਕ ਇਸ ਪ੍ਰਕਾਰ ਦੀ ਨਿਗਾਹ ਮਿਲ ਜਾਂਦੀ ਕਿ ਸਾਰੇ ਕਿਤੇ ਵਾਹਿਗੁਰੂ ਹੀ ਹੈ। ਉਸ ਨੂੰ ਇਹ ਸਾਧਨ ਕਰਨ ਦਾ ਵਿਵਹਾਰ ਪ੍ਰਾਪਤ ਹੁੰਦਾ ਹੈ। ਜਿਹਨੂੰ ਇਹ ਵਿਹਾਰ ਪ੍ਰਾਪਤ ਹੋਇਆ ਹੈ, ਉਹਦੀ ਦ੍ਰਿਸ਼ਟੀ ਸੰਸਰ ਹੋ ਗਈ, ਇੱਕੋ ਜਿਹੀ ਹੋ ਗਈ। ਜਿਹਨੇ ਸਭ ਸਾਧਨਾਂ ਦੇ ਤਤ ਰੂਪ ਨਾਮ ਦਾ ਵਿਚਾਰ ਕੀਤਾ ਹੈ, ਉਹਨੇ ਭਲਾ ਹੋਰ ਕੀ ਵਿਚਾਰ ਕਰਨਾ ਹੈ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਜਿਹਨੇ ਤਤ ਸਿਧਾਂਤ ਰੂਪ ਪ੍ਰਮਾਤਮਾ ਦਾ ਵਿਚਾਰ ਕੀਤਾ, ਉਹਨੇ ਭਲਾ ਹੋਰ ਕੀ ਵਿਚਾਰ ਕਰਨਾ ਹੈ। ਆਪੋ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ। ਆਪ ਹੁੰਦਾ ਜਲ, ਤੇਜ ਹੁੰਦਾ ਅਗਨੀ, ਬਾਏ ਹੁੰਦੀ ਹਵਾ, ਪ੍ਰਿਥਵੀ ਹੁੰਦੀ ਧਰਤੀ ਅਤੇ ਆਕਾਸ਼।
ਇਹਨਾਂ ਪੰਜਾਂ ਤੱਤਾਂ ਦੀ ਜਿਵੇਂ ਰਹਿਣੀ ਹੈ ਨਾ, ਜਲ ਵਿੱਚੋਂ ਲੈਣੀ ਸੀਤਲਤਾ, ਉਹਦੇ 'ਚ ਸੀਤਲਤਾ ਦਾ ਗੁਣ ਗ੍ਰਹਿਣ ਕਰਨਾ। ਅਗਨੀ ਵਿੱਚੋਂ ਲੈਣੀ ਪ੍ਰਕਾਸ਼ਤਾ, ਹਵਾ ਵਿੱਚੋਂ ਲੈਣੀ ਸਮਤਾ। ਹਵਾ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ, ਗਰੀਬ ਅਮੀਰ ਛੋਟੇ ਵੱਡੇ ਨੂੰ। ਧਰਤੀ ਵਿੱਚ ਜਿਵੇਂ ਧੀਰਜ ਹੈ, ਖਿਮਾ, ਧਰਤੀ ਵਿੱਚੋਂ ਧੀਰਜਤਾ ਖਿਮਾ, ਤੇ ਆਕਾਸ਼ ਵਿੱਚੋਂ ਅਸੰਗਤਾ ਹੁੰਦੀ, ਨਿਰਲੇਪਤਾ। ਇਹੋ ਜਿਹੀ ਰਹਿਣੀ ਨੂੰ ਧਾਰਨਾ ਕਰੋ, ਤਾਂ ਹੀ ਹਰੀ ਦੇ ਪਾਸ ਰਹੋਗੇ। ਜੇ ਐਸੀ ਰਹਿਣੀ ਦੇ ਧਾਰਨ ਵੱਲੋਂ ਰਹੋ ਤੋਂ ਭਾਵ ਰਹਿ ਗਏ, ਤਾਂ ਹਰੀ ਤੁਹਾਡੇ ਤੋਂ ਪਾਸਾ ਕਰ ਜਾਏਗਾ, ਲਾਂਭੇ ਹੋ ਜਾਏਗਾ। ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬਹੁਰ ਨ ਆਵੋ। ਕਬੀਰ ਜੀ ਕਹਿੰਦੇ ਨਿਰੰਜਨ ਹੁੰਦਾ ਮਾਇਆ ਮਲ ਵਿਦਿਆ ਤੋਂ ਰਹਿ, ਜੋ ਅਕਾਲ ਪੁਰਖ ਹੈ ਉਹਨੂੰ ਧਿਆਉਣਾ ਕਰੋ, ਤਾਂ ਇਸ ਸਰੂਪ ਰੂਪੀ ਘਰ ਵਿੱਚ ਜਾਓਗੇ ਜਿੱਥੋਂ ਮੁੜ ਕੇ ਨਾ ਆਓਗੇ। ਗੌੜੀ ਕਬੀਰ ਜੀ ਤੇ ਪਦੇ। ਸੋ ਇਸ ਪ੍ਰਕਾਰ ਤੇ ਪਦਿਆਂ ਦੇ ਥੱਲੇ 15 ਅੱਖਰ ਲਾਇਆ, 15 ਸ਼ਬਦ ਬਖਸ਼ਿਸ਼ ਕਰਦੇ ਨੇ। ਇੱਕ ਰਾਜੇ ਨੇ ਕਬੀਰ ਜੀ ਅੱਗੇ ਮੋਹਰਾਂ ਦਾ ਥਾਲ ਰੱਖ ਕੇ ਬੇਨਤੀ ਕੀਤੀ, ਮਹਾਰਾਜ ਜੀ ਇਹ ਭੇਟਾ ਨੂੰ ਸਵੀਕਾਰ ਕਰਕੇ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਰਾ ਦਿਓ। ਇਹ ਗੱਲ ਸੁਣ ਕੇ ਕਬੀਰ ਜੀ ਆਖਦੇ ਨੇ, ਕਹਿੰਦੇ ਤੈਨੂੰ ਕਿਹਨੇ ਕਿਹਾ ਵੀ ਇਹ ਪੈਸਿਆਂ ਨਾਲ ਰੱਬ ਮਿਲਦਾ, ਹੀਰੇ ਮੋਤੀ ਜਵਾਹਰਾਤਾਂ ਨਾਲ ਰੱਬ ਮਿਲਦਾ? ਕਹਿੰਦੇ ਜੀ ਮੈਂ ਸੁਣਿਆ ਤੁਸੀਂ ਰੱਬ ਦੀ ਪ੍ਰਾਪਤੀ ਕੀਤੀ, ਮੈਨੂੰ ਵੀ ਕਰਾ ਦਿਓ, ਸਾਰਾ ਕੁਝ ਲੈ ਲਓ। ਉਸ ਵਕਤ ਕਬੀਰ ਜੀ ਕਹਿੰਦੇ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਰਾਜਨ ਸੋਨੇ ਨਾਲ ਤੋਲ ਕੇ ਪ੍ਰਮਾਤਮਾ ਨਹੀਂ ਪਾਇਆ ਜਾਂਦਾ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ। ਲੱਖ ਕਰੋੜੀ ਮਿਲਿਆ ਨਾ ਕਿਹ। ਆਪ ਜੀ ਨੇ ਪ੍ਰਮਾਤਮਾ ਨੂੰ ਫਿਰ ਕਿਵੇਂ ਲਿਆ ਜੀ? ਉੱਤਰ ਦਿੰਦੇ ਨੇ, ਮੈਂ ਤਾਂ ਗੁਰਾਂ ਨੂੰ ਆਪਣਾ ਤਨ ਮਨ ਦੇ ਕੇ ਰਾਮ ਨੂੰ ਮੁੱਲ ਲਿਆ। ਜੇ ਤੈਨੂੰ ਲੋੜ ਹੈ ਭਾਈ, ਤਾਂ ਤੂੰ ਵੀ ਤਨ ਮਨ ਦੇ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ। ਨਾਲੇ ਚੀਜ਼ ਉਹੀ ਦਿੱਤੀ ਜਾਂਦੀ ਜਿਹੜੀ ਆਪ ਤੋਂ ਵੱਖਰੀ ਹੋਵੇ ਅਤੇ ਜਿਸ ਉੱਤੇ ਮਨ ਨਾ ਮੰਨਿਆ ਜਾਵੇ। ਆਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਉ। ਕਹਿੰਦੇ ਹੁਣ ਰਾਮ ਨੂੰ ਮੈਂ ਆਪਣਾ ਕਰਕੇ ਜਾਣ ਲਿਆ, ਮੇਰੇ ਤੋਂ ਉਹ ਭਿੰਨ ਨਹੀਂ, ਵੱਖਰਾ ਨਹੀਂ। ਸਹਿਜ ਸੁਭਾਏ ਹੁੰਦਾ ਸੁਤੇ ਸਿੱਧ, ਨਿਰਜਤਨੀ ਮੇਰਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਦੇ ਨਾਲ ਮੰਨ ਗਿਆ ਹੈ। ਇਸ ਕਰਕੇ ਮੈਂ ਨਹੀਂ ਦੇ ਸਕਦਾ, ਵਿਸ਼ਰਾਮ ਕਰਕੇ ਦੇ ਕੇ ਫਰਮਾਉਂਦੇ ਨੇ, ਬ੍ਰਹਮੈ ਕਾਥੇ ਕਾਥੇ ਅੰਤ ਨਾ ਪਾਇਆ, ਰਾਮ ਭਗਤੇ ਬੈਠੇ ਘਰ ਆਇਆ। ਇਹ ਰਾਜਨ ਬ੍ਰਹਮਾ ਨੇ ਵੇਦਾਂ ਨੂੰ ਕੱਥ ਕੇ ਵੀ ਜਿਸ ਰਾਮ ਪਰਮੇਸ਼ਰ ਦਾ ਅੰਤ ਨਹੀਂ ਪਾਇਆ, ਉਹ ਰਾਮ ਘਰ ਬੈਠੇ ਹੀ ਭਗਤਾਂ ਨੂੰ ਆ ਕੇ ਪ੍ਰਾਪਤ ਹੋ ਗਿਆ। ਵੇਖ ਲੈ, ਸ੍ਰੀ ਰਾਮਚੰਦਰ ਰੂਪ ਹੋ ਕੇ ਪੰਪਾਸਰ ਵਾਲੇ ਹੰਕਾਰੀ ਰਿਖੀਆਂ ਨੂੰ ਛੱਡ ਕੇ ਭੀਲਨੀ ਦੇ ਘਰ ਆਇਆ। ਸ੍ਰੀ ਕ੍ਰਿਸ਼ਨ ਜੀ ਰੂਪ ਹੋ ਕੇ ਦੁਰਯੋਧਨ ਰਾਜੇ ਨੂੰ ਛੱਡ ਕੇ ਬਿਦਰ ਦੇ ਘਰ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਮਲਕ ਭਾਗੋ ਨੂੰ ਤਿਆਗ ਕੇ ਭਾਈ ਲਾਲੋ ਦੇ ਘਰ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਸੰਗਲਾ ਦੀਪ ਦੇ ਰਾਜੇ ਸ਼ਿਵਨਾਭ ਦੇ ਘਰ ਆਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰੂਪ ਹੋ ਕੇ ਕਸ਼ਮੀਰ ਵਿੱਚ ਮਾਈ ਭਾਗ ਭਰੀ ਦੇ ਘਰ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਰੂਪ ਹੋ ਕੇ ਢਾਕੇ ਬੰਗਾਲੇ ਬਲਾਕੀ ਦਾਸ ਦੀ ਮਾਤਾ ਦੇ ਘਰ ਆਇਆ ਤੇ ਆਪਣੀ ਫੋਟੋ ਉਤਾਰ ਕੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੂਪ ਹੋ ਕੇ ਸੰਸਾ ਰਾਮ ਸ਼ਹਿਰ ਚਾਚੇ ਫੱਗੂ ਦੇ ਘਰ ਘੋੜੇ ਤੇ ਸਵਾਰ ਹੋ ਕੇ ਆਇਆ। ਕਹਿੰਦੇ ਰਾਜਨੇ ਸਭ ਭਗਤੀ ਦਾ ਪ੍ਰਤਾਪ ਹੈ, ਤੈਨੂੰ ਇੱਛਾ ਤਾਂ ਤੂੰ ਵੀ ਭਗਤੀ ਕਰ ਲੈ। ਚੱਕਰਕਾ ਦੋਸ਼ ਦੇ ਅਨੁਸਾਰ ਕਹਿੰਦੇ ਨੇ, ਸੋ ਚੱਕਰਕਾ ਦੇ ਢੰਗ ਨਾਲ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ, ਸਤਸੰਗ ਰੂਪੀ ਘਰ ਵਿੱਚ ਆ ਕੇ ਜੋ ਰਾਮ ਦੀ ਭਗਤੀ 'ਚ ਬੈਠੇ ਨੇ, ਉਹ ਅੰਤਰਮੁਖਤਾ ਰੂਪੀ ਘਰ 'ਚ ਆਏ ਨੇ। ਸਮਝਣ ਵਾਲੀ ਚੀਜ਼ ਆ, ਸਤਸੰਗਤ ਰੂਪ ਘਰ ਵਿੱਚ ਆ ਕੇ ਜੋ ਰਾਮ ਦੀ ਭਗਤੀ 'ਚ ਬੈਠੇ ਨੇ, ਉਹ ਅੰਤਰਮੁਖਤਾ ਰੂਪੀ ਘਰ 'ਚ ਅੰਦਰ ਆ ਗਏ ਹਿਰਦੇ 'ਚ। ਜੋ ਅੰਤਰਮੁਖਤਾ ਰੂਪੀ ਘਰ 'ਚ ਆਏ ਆ, ਉਹਨਾਂ ਭਗਤਾਂ ਦੇ ਹਿਰਦੇ 'ਚ ਰਾਮ ਬੈਠਾ ਸਾਖਿਆਤ ਹੋਇਆ। ਜਿਨ੍ਹਾਂ ਨੂੰ ਰਾਮ ਸਾਖਿਆਤ ਹੋਇਆ ਹੈ, ਉਹ ਸਰੂਪ ਰੂਪੀ ਘਰ 'ਚ ਆ ਗਏ। ਜੋ ਸਰੂਪ ਰੂਪੀ ਘਰ 'ਚ ਆਏ ਹੈ, ਉਹਨਾਂ ਭਗਤਾਂ ਨੇ ਰਾਮ ਨੂੰ ਸੰਸਾਰ ਘਰ ਵਿੱਚ ਬੈਠਾ ਨਿਸ਼ਚੈ ਕਰ ਲਿਆ। ਕਹਿੰਦੇ ਹੋਇਆ ਕਿਵੇਂ ਸਾਰਾ ਕੁਝ, ਭਗਤੀ ਕਿਵੇਂ ਕਰੀਏ? ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਬੀਰ ਜੀ ਕਹਿੰਦੇ ਰਾਜਨ ਚੰਚਲ ਬੁੱਧੀ ਤਿਆਗ ਕੇ ਕੇਵਲ ਰਾਮ ਦੀ ਭਗਤੀ ਦਾ ਤੂੰ ਆਪ ਭਾਗੀ ਬਣ, ਹਿੱਸੇਦਾਰ ਬਣ।